श्री वाहिगुरु साहिब जी। आवो सिख सतगुरु के प्यारे हो, गावहो सच्ची बाणी। बाणी तां गावहो गुरु केरी, बाणियां सिर बाणी। गुरबाणी इस जग मह चानण, कर्म वसै मन आए। सो कहो टल गुर सेविया, अहनिस सहज सुभाए। दर्शन परसे गुरु कै, जन्म मरण दुख जाए। सतनाम श्री वाहिगुरु साहिब जी। पंच परवान पंच प्रधान, पंचे पावहे दरगहे मान। पंच परवान पंच प्रधान, पंचे पावहे दरगहे मान। पंचे सुहे दर राजान, पंचा का गुर एक ध्यान। जे को कह करे विचार, करते कै करना नाही सुमार। धौल धर्म दया का पूत, संतोख थाप रखिया जिन सूत। जे को बुझै होवै सचियार, धवलै उपर केता भार। धरती होर परै होर होर, तिसते भार तलै कवन जोर। जी जात रंगा के नाव, सबना लिखिया गुड़ी कलाम। एहो लेखा लिख जाने कोए, लेखा लिखिया केता होए। केता तान सवाले हो रूप, केती दात जाने कौन कूत। कीता पसाओ एको कवाओ, तिसते होए लख दरियाओ। कुदरत कवन कहा विचार, वार्या न जावा एक वार। जो तुध भावै साई भली कार, तू सदा सलामत निरंकार। जो तुध भावै साई भली कार, तू सदा सलामत निरंकार। वाहिगुरु जी का खालसा, वाहिगुरु जी की फतेह। सच्चे पातशाह धन साहिब श्री गुरु ग्रंथ साहिब जी महाराज, सतगुरु जी की कृपा सदका गुरबाणी कथा संथਿਆ ਦੀ ਕਲਾਸ ਵਿੱਚ ਆਪਾਂ ਇਕੱਤਰ ਹੋਏ ਹਾਂ। ਸਮੇਂ ਦੇ ਮੁਤਾਬਕ ਭਾਰਤ ਵਿੱਚ ਅੱਜ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਤੇ ਆਪ ਜੀ ਕੋਲ ਅਜੇ ਕੱਲ ਦੇ ਦਿਨ ਨੂੰ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੋਣਾ ਤੇ ਇਸ ਕਰਕੇ ਆਪਾਂ ਕੱਲ ਦੀ ਜਿਹੜੀ ਕਥਾ ਕਰਾਂਗੇ, ਕੱਲ ਦੇ ਦਿਨ ਦੀ ਤੁਹਾਡੇ ਕੋਲ ਸ਼ਾਮ ਹੋਣੀ ਹੈ ਤੇ ਫਿਰ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਤੇ ਆਪਾਂ ਜ਼ਰੂਰ ਸਾਂਝ ਪਾਵਾਂਗੇ। ਤੇ ਅੱਜ ਇੱਥੇ ਹੋਣ ਕਰਕੇ ਇੱਕ ਵਾਰੀ ਦਾਸ ਵੱਲੋਂ ਵੀ ਵਧਾਈਆਂ ਸਾਰਿਆਂ ਨੇ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਆਗਮਨ ਪੁਰਬ ਦੀਆਂ ਬਹੁਤ ਸਾਰੀਆਂ ਸਵਾਸ ਸਭ ਨੂੰ ਵਧਾਈਆਂ ਹੋਣ। ਤੇ ਆਪਣਾ 15 ਪੌੜੀਆਂ ਜਿਹੜੀਆਂ ਹਨ ਉਹ ਸੰਪੂਰਨ ਹੋਈਆਂ ਨੇ ਤੇ
ਹੁਣ ਸੱਚੇ ਪਾਤਸ਼ਾਹ ਮਹਾਰਾਜ ਨਿਧਿਆਸਨ ਕਥਨ ਕਰਨ ਲੱਗੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਨਾਮ ਦੇ ਸੁਣਨ ਦਾ ਮਹੱਤਵ ਮਹਾਰਾਜ ਜੀ ਨੇ ਸਿੱਧਾਂ ਦੇ ਬੇਨਤੀ ਕਰਨ ਤੋਂ ਦੱਸਿਆ। ਨਾਮ ਦਾ ਮੰਨਣ ਕਰਨ ਦਾ ਮਹੱਤਵ ਸੱਚੇ ਪਾਤਸ਼ਾਹ ਨੇ ਫਿਰ 4 ਪੌੜੀਆਂ ਵਿੱਚ ਦੱਸਿਆ। ਇਹ ਜਦੋਂ ਪਰਮਾਰਥ ਦੇ ਰਸਤੇ ਤੇ ਆਪਾਂ ਚੱਲਦੇ ਹਾਂ, ਜਗਿਆਸੂ ਦੀ ਸਭ ਤੋਂ ਪਹਿਲੀ ਅਵਸਥਾ ਨਾਮ ਦੇ ਸੁਣਨ ਤੋਂ ਆਰੰਭ ਹੁੰਦੀ ਹੈ। ਜਦੋਂ ਇਕਾਗਰ ਹੋ ਜਾਵੇ ਨਾਮ ਦੇ ਸੁਣਨ ਵਿੱਚ, ਭਾਵ ਨਾਮ ਦੇ ਸੁਣਨ ਦੀ ਜਿਹੜੀ ਹੈ ਉਹ ਇਕਾਗਰਤਾ, ਧਿਆਨ ਲੱਗ ਜਾਵੇ ਤੇ ਦਿਲ ਤੋਂ ਪ੍ਰੀਤ ਨਾਲ ਸੁਣਨ ਲੱਗ ਜਾਵੇ, ਨਾਮ ਦੇ ਸੁਣਨ ਨਾਲ ਹੀ ਨਾਮ ਦਾ ਨਿਸ਼ਚਾ ਆ ਜਾਂਦਾ। ਫਿਰ ਜਦੋਂ ਨਿਸ਼ਚਾ ਆਉਂਦਾ ਹੈ ਉਦੋਂ ਕੀ ਖੇਡ ਵਰਤਦੀ ਹੈ, ਕੀ ਕੁਝ ਵਾਹਿਗੁਰੂ ਜੀ ਦੇ ਨਾਮ ਦੇ ਨਿਸ਼ਚੇ ਕਰਕੇ ਜ਼ਿੰਦਗੀ ਦੇ ਅੰਦਰ ਤਬਦੀਲ ਹੋ ਜਾਂਦਾ ਹੈ, ਕਿਹੜੀਆਂ ਬਰਕਤਾਂ ਨਾਲ ਜੀਵ ਦਾ ਜੀਵਨ ਨਿਵਾਜਿਆ ਜਾਂਦਾ ਹੈ, ਉਹ ਸਤਿਗੁਰਾਂ ਜੀ ਨੇ ਜ਼ਿਕਰ ਕੀਤਾ। ਫਿਰ ਜਦੋਂ ਨਿਸ਼ਚਾ ਹੋ ਜਾਂਦਾ, ਜਿਹੜਾ ਮੰਨਣ ਕਰ ਲੈਂਦਾ, ਉਹ ਫਿਰ ਕਮਾਈ ਕਰਦਾ ਹੈ, ਕਿਉਂਕਿ ਕਮਾਈ ਜਿਹੜੀ ਆ ਉਹ ਜ਼ਰੂਰੀ ਹੈ। ਜਦੋਂ ਜੇ ਆਪਾਂ ਕਈ ਚੀਜ਼ਾਂ ਹੁੰਦੀਆਂ, ਜਦੋਂ ਆਪਾਂ ਇੱਕ ਹੁੰਦਾ ਧਿਆਨ ਦਾ ਟਿਕਣਾ, ਮਨ ਦੀਆਂ 5 ਬਿਰਤੀਆਂ ਦਾ ਨਿਰੋਧ ਹੋ ਜਾਣਾ। ਇੱਕ ਹੁੰਦਾ ਆਪਾਂ ਇਕਾਗਰਤਾ ਨਾਲ ਕਿਸੇ ਚੀਜ਼ ਨੂੰ ਸੁਣਨਾ। ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੁਣਦੇ ਆ, ਆਵਾਜ਼ ਨੂੰ, ਗੁਰੂ ਜੀ ਦੇ ਉਪਦੇਸ਼ ਨੂੰ, ਤੇ ਸੁਣਦੇ ਆ ਇਕਾਗਰ ਹੋ ਜਾਂਦੇ ਆ, ਤੇ ਪਰ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਨਹੀਂ ਹੋਇਆ ਹੁੰਦਾ। ਉਹ ਨਾਮ ਦੀ ਪ੍ਰੀਤ ਨਾਲ ਹੁੰਦਾ ਵਾ। ਤੇ ਪਰ ਜਿਹੜਾ ਮੈਂ ਬਚਨ ਦੱਸਣ ਲੱਗਾ ਉਹਦੇ ਤੇ ਤੁਸੀਂ ਧਿਆਨ ਇਕਾਗਰ ਕਰਨਾ। ਜਦੋਂ ਆਪਾਂ ਜਿਹੜਾ ਹੈ ਸਾਡਾ ਧਿਆਨ ਸੁਣਨ ਦੇ ਵਿੱਚ ਟਿਕਦਾ ਹੈ ਤੇ ਸਾਨੂੰ ਇਕਾਗਰਤਾ ਦੇ ਨਾਲ ਸੁਣਨ ਕਰਕੇ ਸਮਝ ਪੈ ਜਾਂਦੀ ਹੈ। ਤੇ ਜਦੋਂ ਸਮਝ ਪੈਂਦੀ ਹੈ ਫਿਰ ਸਾਡਾ ਮਨ ਉਸ ਵਿਚਾਰ ਦੇ ਉੱਤੇ ਨਿਰਣਾ ਕਰਦਾ ਹੈ, ਸੁਣੀ ਹੋਈ ਵਿਚਾਰ ਦੇ ਉੱਤੇ ਨਿਰਣਾ ਕਰਦਾ, ਤੇ ਉਹ ਸਾਡੇ ਅੰਦਰ ਵਿਚਾਰ ਦੀ ਤਰਾਜੂ ਹੈ, ਤੱਕੜੀ, ਉਹਦੇ ਵਿੱਚ ਰੱਖ ਕੇ ਤੋਲਦਾ ਹੈ। ਜਿਹੜਾ ਤੇ ਸੰਸਾਰਵਾਦੀ ਹੁੰਦਾ ਜ਼ਿਆਦਾ, ਉਹ ਜਿਹਦੇ ਉਪਦੇਸ਼ ਨੂੰ ਤੋਲ ਨਹੀਂ ਪਾਉਂਦਾ, ਉਹਨੂੰ ਇਹ ਵਿਚਾਰ ਦਾ ਨਿਰਣਾ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹ ਸੰਸਾਰ ਨੂੰ ਸਭ ਕੁਝ ਸਮਝਦਾ, ਇਹਨਾਂ ਸੁੱਖਾਂ ਨੂੰ ਬੜਾ ਵੱਡਾ ਸਮਝਦਾ, ਤੇ ਇਕਾਗਰਤਾ ਨਾਲ ਸੁਣਿਆ ਵੀ ਨਹੀਂ ਜਾਂਦਾ। ਤੇ ਜਿਹੜੇ ਜੀਵ ਪ੍ਰਾਣੀ ਸੁਣ ਲੈਂਦੇ ਆ ਇਕਾਗਰਤਾ ਨਾਲ, ਉਹਨਾਂ ਨੂੰ ਫਿਰ ਅੰਦਰ ਵਿਚਾਰ ਰੂਪੀ ਤੁਲਾ ਦੇ ਉੱਤੇ ਜਦੋਂ ਰੱਖ ਕੇ ਤੋਲਦੇ ਆ, ਤੇ ਫਿਰ ਸੱਚਮੁੱਚ ਹੀ ਸੱਚਾਈ ਜਿਹੜੀ ਆ ਉਹਨਾਂ ਨੂੰ ਸਾਹਮਣੇ ਆ ਜਾਂਦੀ ਹੈ ਕਿ ਇਹ ਸੱਚ ਵਾ ਗੁਰੂ ਜੀ ਦਾ ਉਪਦੇਸ਼। ਫਿਰ ਸੁਣ ਲਿਆ, ਮਨ ਨੇ ਮੰਨਣ ਵੀ ਕਰ ਲਿਆ, ਤੇ ਜਦੋਂ ਉਹਦੀ ਕਮਾਈ ਨਾ ਕੀਤੀ, ਜਿਵੇਂ ਸਤਿਗੁਰੂ ਜੀ ਉਪਦੇਸ਼ ਦਿੰਦੇ ਆ ਕਿ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਮਹਾਰਾਜ ਦਾ ਉਪਦੇਸ਼ ਅੰਮ੍ਰਿਤ ਵੇਲੇ ਦੇ ਜਾਗਣ ਦਾ, ਨਾਮ ਦੇ ਜਪਣ ਦਾ, ਕੰਨਾਂ ਰਾਹੀਂ ਸੁਣ ਲਿਆ ਇਕਾਗਰਤਾ ਨਾਲ, ਫਿਰ ਮਨ ਨੇ ਮੰਨਣ ਵੀ ਕਰ ਲਿਆ ਵੀ ਵਾਕਿਆ ਅੰਮ੍ਰਿਤ ਵੇਲੇ ਉੱਠੇ ਤੋਂ ਬਿਨਾਂ ਗੱਲ ਨਹੀਂ ਬਣਨੀ, ਨਾਮ ਜਪੇ ਤੋਂ ਬਿਨਾਂ ਗੱਲ ਨਹੀਂ ਬਣਨੀ। ਤੇ ਸੁਣ ਵੀ ਲਿਆ, ਮੰਨ ਵੀ ਲਿਆ, ਪਰ ਫਿਰ ਸੂਰਜ ਚੜ੍ਹੇ ਹੀ ਉੱਠੇ, ਅੰਮ੍ਰਿਤ ਵੇਲੇ ਉੱਠੇ ਨਾ, ਨਾਮ ਜਪੇ ਨਾ, ਤੇ ਇਹ ਹੈ ਕਮਾਈ ਨਾ ਕਰਨਾ। ਤੇ ਜਿਨ੍ਹਾਂ ਨੇ ਕਮਾਈ ਕਰ ਲਈ ਆ ਨਾ, ਸੁਣਿਆ ਮੰਨਿਆ, ਮਨ ਕੀਤਾ ਭਾਵ, ਮਨ ਦੇ ਵਿੱਚ ਫਿਰ ਪ੍ਰੇਮ ਕੀਤਾ ਵਾ, ਤੇ ਪ੍ਰੇਮ ਤਾਂ ਉਹਨੂੰ ਹੀ ਆਪਾਂ ਕਹਿ ਸਕਦੇ ਨਾ ਜਿਹੜਾ ਉਹਨੂੰ ਉਸ ਤਰ੍ਹਾਂ ਢਾਲ ਰਿਹਾ। ਜੇ ਤੁਸੀਂ ਬੱਚਾ ਆਪਣੇ ਪਿਤਾ ਦੇ ਆਖੇ ਲੱਗੇ ਨਾ, ਕੰਮ ਕੋਈ ਪਿਤਾ ਦੇ ਕਹੇ ਕਰੇ ਨਾ, ਤੇ ਕਹੇ ਵੀ ਮੈਂ ਪਿਤਾ ਜੀ ਤੈਨੂੰ ਪ੍ਰੇਮ ਬਹੁਤ ਕਰਦਾ, ਉਹਦਾ ਪ੍ਰੇਮ ਕਰਨਾ ਝੂਠਾ ਵਾ।
ਉਹਦਾ ਕਹਿਣਾ ਵੀ ਜਿਹੜਾ ਨਾ ਉਹ ਇੱਕ ਵਿਖਾਵਾ ਵਾ। ਜਿਹੜੇ ਪਿਆਰ ਕਰਦੇ ਆ ਉਹ ਤਨ ਮਨ ਧਨ ਕਰਕੇ ਬਚਨ ਨੂੰ ਕਮਾਉਂਦੇ ਆ, ਉਹਦੀ ਕਮਾਈ ਕਰਦੇ ਆ। ਜਦੋਂ ਆਪਾਂ ਕਮਾਈ ਕਰਾਂਗੇ ਫਿਰ ਸਾਨੂੰ ਅਨੁਭਵ ਹੋਊਗਾ, ਫਿਰ ਗਿਆਨ ਦੇ ਚਕਸ਼ੂ ਜਿਹੜੇ ਆ ਉਹ ਖੁੱਲਣਗੇ, ਫਿਰ ਸਾਨੂੰ ਅੰਦਰਲੀ ਦਿਵ ਦ੍ਰਿਸ਼ਟੀ ਪ੍ਰਾਪਤ ਹੋਊਗੀ। ਤੇ ਜੇ ਕੇਵਲ ਸੁਣ ਕੇ ਮੰਨ ਲਿਆ ਵਾ, ਹਾਲਾਂਕਿ ਉਸ ਸੁਣਨ ਦੀ ਤੀਬਰਤਾ ਤੱਕ ਪਹੁੰਚੇ ਨਹੀਂ, ਉਸ ਮੰਨਣ ਦੀ ਵੀ ਤੀਬਰਤਾ ਤੱਕ ਪਹੁੰਚੇ ਨਹੀਂ, ਕਿਉਂਕਿ ਮਨ ਨੇ ਸਿਰਫ ਇੰਨਾ ਕੁ ਮੰਨ ਲਿਆ ਵੀ ਹਾਂ ਠੀਕ ਆ, ਪਰ ਮਨ ਦੇ ਅੰਦਰ ਇਹ ਭਰੋਸਾ ਨਹੀਂ ਵੱਜਿਆ ਕਿ ਹਾਂ ਇਸੇ ਨਾਲ ਹੀ ਮੇਰੀ ਕਲਿਆਣ ਹੋਣੀ ਹੈ, ਨਾਮ ਨਾਲ ਹੀ। ਤੇ ਜਦੋਂ ਆਪਾਂ ਕਮਾਈ ਕਰਨ ਲੱਗ ਜਾਂਦੇ ਆ, ਫਿਰ ਸਮਝੋ ਕਿ ਸਾਡਾ ਪਿਆਰ ਵਾ ਮਹਾਰਾਜ ਦੇ ਜਦੋਂ ਆਖੇ ਲੱਗਦੇ ਆ, ਸਤਿਗੁਰੂ ਜੀ ਜਦੋਂ ਦੇ ਕਹੇ 'ਚ ਜਦੋਂ ਚੱਲਦੇ ਆ, ਫਿਰ ਸਾਡਾ ਪਿਆਰ ਸਾਬਤ ਹੁੰਦਾ ਹੈ, ਭਾਵ ਫਿਰ ਪਿਆਰ ਬਣ ਆਉਂਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਅੱਜ ਨਿਧਿਆਸਣ ਦੀ ਕਮਾਈ ਦੀ ਸਤਿਗੁਰੂ ਜੀ ਹੁਣ ਬਖਸ਼ਿਸ਼ ਕਰਨ ਲੱਗੇ ਆ। ਤੇ ਪੌੜੀ ਦੇ ਪਾਠਾਂ ਵੱਲ ਸਭ ਤੋਂ ਪਹਿਲਾਂ ਹੁਣ ਧਿਆਨ ਦੇਣਾ। ਪੰਚ ਪ੍ਰਵਾਨ ਵਿਸ਼ਰਾਮ, ਪੰਚ ਪ੍ਰਧਾਨ ਪੰਕਤੀ ਸੰਪੂਰਨ ਹੋ ਗਈ। ਪੰਚੇ ਪਾਵਹਿ, ਹਾਹੇ ਸਿਹਾਰੀ ਲਾਉਣੀ, ਪਾਵਹਿ ਨਹੀਂ ਕਹਿਣਾ, ਪਾਵਹ, ਪਾਵਹਿ ਹਾਹੇ ਸਿਹਾਰੀ। ਜਿਹੜੀਆਂ ਹਾਹੇ ਨੂੰ ਮਾਤਰਾ ਮੈਂ ਅੱਗੇ ਸ਼ਾਇਦ ਬੇਨਤੀ ਕੀਤੀ ਸੀ, ਇਹ ਬਾਕੀ ਅੱਖਰਾਂ ਨਾਲੋਂ ਜ਼ਿਆਦਾ ਲੱਗਦੀ ਹੈ ਮਾਤਰਾ, ਕੋਈ ਵੀ ਹੋਵੇ, ਔਂਕੜ ਹੋਵੇ, ਸਿਹਾਰੀ ਹੋਵੇ, ਤੇ ਇਹ ਬਾਕੀ ਸ਼ਬਦਾਂ ਨੂੰ ਥੋੜਾ ਇਹਦੇ ਤੋਂ ਸਾਇਲੈਂਟ ਰਹਿੰਦੀ ਹੈ, ਤੇ ਪਰ ਹਾਹੇ ਨੂੰ ਥੋੜੀ ਜਿਹੀ ਬਾਕੀ ਸ਼ਬਦਾਂ ਨਾਲੋਂ ਜ਼ਿਆਦਾ ਲੱਗਦੀ ਹੈ। ਪੰਚੇ ਪਾਵਹਿ, ਪੰਚੇ ਪਾਵਹਿ ਇੱਥੇ ਵਿਸ਼ਰਾਮ, ਦਰਗਹਿ ਮਾਨ, ਪੰਚੇ ਸੁਹਹਿ, ਇਹ ਹਾਹੇ ਨੂੰ ਸਿਹਾਰੀ ਲੱਗੀ ਹੈ, ਸੁਹ ਹੈ ਨਹੀਂ ਕਹਿਣਾ। ਫਿਰ ਸੁਹ ਹੈ ਕਹਾਂਗੇ ਤੇ ਸਿਹਾਰੀ ਕੱਟੀ ਜਾਣੀ ਹੈ, ਤੇ ਦਲਾਵਾਂ ਹੀ ਆਪਣੇ ਕੋਲੋਂ ਲਾ ਲਾਂਗੇ। ਪੰਚੇ ਸੁਹਹਿ, ਜਿਹਨੂੰ ਵੱਖਰਾ ਵੱਖਰਾ ਅਭਿਆਸ ਕਰਨਾ ਹੋਵੇ ਨਾ, ਤੇ ਪੰਚੇ ਸੁਹਹਿ, ਸੁਹਹਿ, ਸੁਹਹਿ ਏਦਾਂ ਅਭਿਆਸ ਕਰਨਾ, ਫਿਰ ਇਕੱਠਾ ਬੋਲਣਾ। ਪੰਚੇ ਸੁਹਹਿ ਇੱਥੇ ਵਿਸ਼ਰਾਮ, ਦਰ ਰਾਜਾਨ ਨੰਨੇ ਔਂਕੜ ਨੋ, ਦਰ ਰਾਜਾਨ। ਫਿਰ ਪੰਚਾ ਕਾ ਵਿਸ਼ਰਾਮ, ਗੁਰ ਏਕ ਧਿਆਨ, ਜੇ ਕੋ ਕਹਿ ਵਿਸ਼ਰਾਮ, ਕਰੈ ਵਿਚਾਰ, ਕਰਤੇ ਕਹਿ ਕਰਨਾ ਵਿਸ਼ਰਾਮ, ਨਾਹੀ ਸੁਮਾਰ, ਸੁਮਾਰ ਨਹੀਂ ਕਹਿਣਾ, ਸੁਮਾਰ ਨਹੀਂ, ਸੁਮਾਰ ਸੱਸੇ ਔਂਕੜ ਲਾਉਣਾ, ਸੁਮਾਰ। ਧੌਲ ਧਰਮ, ਇੱਥੇ ਧੌਲ ਨਹੀਂ ਪੜਨਾ, ਧੌਲ ਨਹੀਂ, ਧੱਦੇ ਕਨੌੜਾ ਬੋਲਣਾ, ਧੌਲ, ਧੌਲ ਧਰਮ। ਦਇਆ ਕਾ ਪੂਤ, ਇੱਥੇ ਕਈ ਭੂਤ ਪੜ ਜਾਂਦੇ ਆ ਭੱਬੇ ਨਾਲ, ਭੱਬਾ ਨਹੀਂ, ਪੱਪਾ ਵੇਖਣਾ ਧਿਆਨ ਨਾਲ, ਪੱਪਾ ਲੱਗਾ ਹੈ, ਪੱਪੇ ਦੀ ਆਵਾਜ਼ ਕਰਨੀ ਹੈ। ਪੂਤ ਜਿਵੇਂ ਪੁੱਤਰ ਹੁੰਦਾ, ਤੇ ਆਪਾਂ ਉਹ ਪੱਪਾ ਜਿਹੜਾ ਨਾ ਪੁੱਤਰ ਦਾ ਵਾਚਕ ਜਿਹੜਾ, ਉਹ ਆਪਾਂ ਪੂਤ ਬੋਲਣਾ, ਪੂਤ। ਸੰਤੋਖ ਥਾਪ ਰੱਖਿਆ ਜਿਨ ਸੂਤ, ਸੰਤੋਖ ਖੱਖੇ ਔਂਕੜ ਲਾਉਣਾ, ਥਾਪ ਰੱਖਿਆ ਤਾਂ ਪੱਪੇ ਸਿਹਾਰੀ ਵੀ ਲੱਗਣੀ, ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਵਿਸ਼ਰਾਮ, ਕੀਤਾ ਭਾਰ, ਧਰਤੀ ਹੋਰ ਪਰੈ, ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਵੁੜੀ ਕਲਾਮ। ਜਿੱਥੇ ਵਿਸ਼ਰਾਮ ਹੈ ਉੱਥੇ ਰੁਕ ਜਾਣਾ ਵਾ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਉਣਾਣੇ ਔਂਕੜ ਲੱਗਣਾ, ਤੇਤਾ ਕੇਤਾ ਤਾਣ ਸਵਾਲਿਹੋ ਰੂਪ, ਸਵਾਲਿਹੋ ਹਾਹਾ ਜਿਹੜਾ ਨਾ ਉਹਨੂੰ ਔਂਕੜ ਲਾਉਣੀ ਪੂਰੀ, ਸਵਾਲਿਹੋ, ਸਵਾਲਿਹੋ। ਕੇਤਾ ਤਾਣ ਵਿਸ਼ਰਾਮ, ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਦਰਿਆਓ ਨਹੀਂ ਕਹਿਣਾ, ਦਰਿਆਓ, ਪੂਰੀ ਬਿਹਾਰੀ ਜਿਹੜੀ ਉਹ ਲੱਗਣੀ ਚਾਹੀਦੀ ਆ, ਦਰਿਆਓ।
तिसते होए लख दरियाओ, कुदरत कबन कहा विचार, वारिया न जावा एक वार, जो तुद भावै। धद्दे औंकड़ भी लगा ना, इस करके जो तुद भावै साई भली कार, तू सदा सलामत निरंकार। हाँ जी, ये पाठां दा उचारण जिहड़ा है ते ਉਹਦੇ ਵੱਲ ਧਿਆਨ ਦੇਣਾ ਤੇ ਵਿਸ਼ਰਾਮ ਮੁਕਾ ਲੈਣੇ। ਹੁਣ ਆਪਾਂ ਅਰਥਾਂ ਦੀ ਪ੍ਰਾਰੰਭਤਾ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਨਿਧਿਆਸਣ ਦੀ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ, ਇਹ ਜਪਜੀ ਸਾਹਿਬ ਜੀ ਦੀਆਂ ਜਿਹੜੀਆਂ ਪੌੜੀਆਂ ਨਾ, ਇਹਨਾਂ ਦੀ ਸਾਰਿਆਂ ਦੀ ਤਰਤੀਬ ਗੁਰੂ ਨਾਨਕ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਆਪ ਦਿੱਤੀ ਹੈ। ਇਹ ਕਿਸੇ ਨੇ ਬਾਅਦ 'ਚ ਨਹੀਂ ਲਿਖੀਆਂ ਕਿ ਅੱਗੋਂ ਪਿੱਛੋਂ ਕਰਕੇ ਲਿਖ ਦਿੱਤੀਆਂ। ਇਹਨਾਂ ਸਾਰੀਆਂ ਦੀ ਤਰਤੀਬ ਗੁਰੂ ਸਾਹਿਬ ਨੇ ਆਪ ਦਿੱਤੀ ਹੈ। ਤੇ ਕਈਆਂ ਨੇ ਜਿਹੜਾ ਨਾ ਕਈ ਤਰੀਕਿਆਂ ਨਾਲ ਸ਼ੰਕਾ ਪਾਉਣ ਦਾ ਵੀ ਯਤਨ ਕੀਤਾ। ਕਈ ਵਿਦਵਾਨਾਂ ਨੇ ਇਹ ਸ਼ੰਕਾ ਕੀਤੀ ਕਿ ਪਹਿਲਾਂ ਸਤਿਗੁਰਾਂ ਨੇ ਨਿਧਿਆਸਣ ਦੀਆਂ 2 ਪੌੜੀਆਂ ਉਚਾਰੀਆਂ ਸਨ। ਸਿੱਖਾਂ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਅਖੇ ਜੀ ਮੁਰਦੇ ਜਿਉਂਦੇ ਕਰ ਦਿੱਤੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ 1 ਪੌੜੀ ਘਟਾ ਦਿੱਤੀ ਅਤੇ ਉਹ ਅੱਖਰ ਜਿਹੜੇ ਘਟਾਏ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਰਲਾ ਦਿੱਤੇ। ਇਹ ਇੱਕ ਸ਼ੰਕਾ ਵਾ, ਤੇ ਜਾਂ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਉਹ ਕਿਆਸ ਲਾਉਂਦੇ ਆ ਬਸ। ਪਰ ਸਤਿਗੁਰੂ ਸਾਹਿਬ ਜੀ ਨੇ ਤਾਂ ਨਿਧਿਆਸਣ ਦਾ ਵਿਸ਼ਾ ਇਸ ਪੌੜੀ 'ਚ ਕਥਨ ਕੀਤਾ। ਇਹ ਜਿਹੜੀ ਪੌੜੀ ਹੈ, ਜਿਹੜੇ ਜਿੱਦਾਂ ਗਾਇਤਰੀ ਮੰਤਰ ਵਾਲੇ ਆ ਨਾ, ਜਿਹੜੇ ਉਹ ਜਿੱਦਾਂ ਗਾਇਤਰੀ ਮੰਤਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਆਉਂਦਾ ਨਾ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਤੋ ਇਸ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਈਰਖਾ ਵਸ ਕਿ ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਸ਼ੰਕਾ ਪਾਇਆ ਜਾਵੇ। ਪਰ ਮਹਾਰਾਜ ਸਾਹਿਬ ਜੀ ਦਾ ਬਾਣੀ ਦੇ ਬਾਰੇ ਕਥਨ ਹੈ ਕਿ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ। ਸਤਿਗੁਰੂ ਜੀ ਨੇ ਗਰੀਬ ਨਵਾਜ ਨੇ ਜੋ ਉਚਾਰਨ ਕੀਤਾ ਹੈ, ਬਾਣੀ ਨੂੰ ਮਹਾਰਾਜ ਸਾਹਿਬ ਨੇ ਆਪ ਲਿਖਵਾਇਆ ਹੈ। ਇਸ ਵਿੱਚ ਘਾਟਾ ਵਾਧਾ ਨਹੀਂ ਹੈਗਾ, ਇਸ ਕਰਕੇ ਸ਼ੰਕਾ ਕਰਨੀ ਬਣਦੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇੱਕ ਅੱਖਰ ਬਾਣੀ ਦਾ ਜਿਹੜਾ ਨਾ ਉਹ ਮੁਰਦਾ ਜਿਉਂਦਾ ਕਰ ਸਕਦਾ, ਤੇ ਐਸੇ ਜੀਵਨ ਵਾਲੇ ਗੁਰਸਿੱਖਾਂ ਨੇ ਕੀਤੇ ਵੀ ਆ। ਪਰ ਇਹ ਆ ਕਿ ਉਨੀ ਜੀਵਨ ਦੀ ਕਮਾਈ ਚਾਹੀਦੀ ਆ। ਤੇ ਇਹ ਕਹਿਣਾ ਕਿ ਗੁਰੂ ਸਾਹਿਬ ਨੇ ਵਿੱਚੋਂ ਪੌੜੀਆਂ ਘਟਾ ਦਿੱਤੀਆਂ, ਇਹ ਜਿਹੜਾ ਹੈ ਬਾਣੀ ਤੇ ਸ਼ੰਕਾ ਪਾਉਣ ਵਾਲੀ ਗੱਲ ਹੈ। ਇਸ ਗੱਲ ਨੂੰ ਕਦਾਚਿਤ ਵੀ ਆਪਣੇ ਮਨ 'ਚ ਨਹੀਂ ਧਾਰਨ ਕਰਨਾ ਚਾਹੀਦਾ, ਨਾ ਸੁਣਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਸੰਪੂਰਨ ਹੈ। ਇਸ ਬਾਣੀ ਨੂੰ ਪੜ੍ਹ ਕੇ ਜੇ ਇਸ ਬਾਣੀ ਤੇ ਨਿਸ਼ਚਾ ਕਰੇ ਤੇ ਸਤਿਗੁਰੂ ਜੀ ਦੀ ਬਾਣੀ ਅੱਜ ਵੀ ਮੁਰਦਾ ਕਰਨ ਦੀ ਸ਼ਕਤੀ ਰੱਖਦੀ ਹੈ। ਤੇ ਇਹ ਨਹੀਂ ਕਹਿਣਾ ਚਾਹੀਦਾ ਕਿ ਮਹਾਰਾਜ ਸਾਹਿਬ ਨੇ ਇਹਦੀਆਂ ਪੌੜੀਆਂ ਘਟਾ ਦਿੱਤੀਆਂ। ਸਤਿਗੁਰੂ ਜੀ ਨੇ ਆਪ ਪੌੜੀਆਂ ਨੂੰ ਮਹਾਰਾਜ ਸਾਹਿਬ ਨੇ ਤਰਤੀਬ ਦਿੱਤੀ ਹੈ। ਇਸ ਕਰਕੇ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਉਹ ਸੰਪੂਰਨ ਹੈ। ਸਿੱਖਾਂ ਨੂੰ ਅੱਜ ਵੀ ਆਤਮਿਕ ਜੀਵਨ ਜਿਹੜਾ ਇਸ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਾਪਤ ਹੁੰਦਾ ਹੈ। ਅਧਿਆਤਮਿਕ ਬਾਣੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਹੈ। ਤੇ ਸਿੱਧਾਂ ਨੇ ਸਤਿਗੁਰੂ ਸਾਹਿਬ ਜੀ ਦੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਤੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਨਿਧਿਆਸਣ ਜਿਹੜਾ ਹੈ ਉਹ ਕਥਨ ਕਰੋ। ਤਾਂ ਸਤਿਗੁਰੂ ਜੀ ਨੇ ਫਿਰ ਕਿਹਾ ਪੰਚ ਪ੍ਰਵਾਨ। ਮਹਾਰਾਜ ਕਹਿੰਦੇ ਇਹ ਸਿੱਧੋ, ਜਿਹੜਾ ਪੰਚਨਾਮ ਹੁੰਦਾ ਨਾ ਇਹ ਸ੍ਰੇਸ਼ਟ ਦਾ ਹੈ। ਸ੍ਰੇਸ਼ਟ ਕੌਣ ਨੇ? ਸੰਤ ਭਗਤ ਗੁਰਮੁਖ। ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜੇ ਇਸ ਲੋਕ ਵਿੱਚ ਪ੍ਰਮਾਣਿਕ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪੰਚ ਲੋਕ ਸੰਤ ਭਗਤ ਇਸ ਜਗਤ ਦੇ ਅੰਦਰ ਉਹ ਹੀ ਪ੍ਰਵਾਨ ਚੜ੍ਹਦੇ ਆ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ, ਜਿਨ੍ਹਾਂ ਨੇ ਸ਼ਰਧਾ ਧਾਰਨ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਉਹ ਪੰਜ ਸ੍ਰੇਸ਼ਟ ਜਨ ਭਗਤ ਗੁਰਮੁਖ ਸੰਤ ਉਹ ਪ੍ਰਵਾਨਿਕ ਹੁੰਦੇ ਆ। ਦਰਗਾਹ ਦੇ ਅੰਦਰ ਵੀ ਪ੍ਰਮਾਣਿਕ ਹੁੰਦੇ ਆ, ਇਸ ਸੰਸਾਰ ਦੇ ਅੰਦਰ ਵੀ ਮਹਾਰਾਜ ਕਹਿੰਦੇ ਪ੍ਰਮਾਣਿਕ ਹੁੰਦੇ ਆ।
ਪੰਚ ਪ੍ਰਧਾਨ ਅਤੇ ਜਿਹੜੇ ਪੰਜ ਸ੍ਰੇਸ਼ਟ ਭਗਤ ਗੁਰਮੁਖ ਜਨ ਹਨ ਨਾ, ਉਹੋ ਹੀ ਮਹਾਰਾਜ ਕਹਿੰਦੇ ਭਾਈ ਪ੍ਰਧਾਨ ਮੁਖੀ ਹਨ ਸਾਰਿਆਂ ਦੇ, ਜਿਨ੍ਹਾਂ ਨੇ ਨਾਮ ਨੂੰ ਕਮਾਇਆ ਹੈ, ਨਾਮ ਦਾ ਅਭਿਆਸ ਕੀਤਾ ਹੈ। ਉਹ ਗੁਰਮੁਖ ਪ੍ਰਧਾਨ ਨੇ, ਸਭ ਦੇ ਮੁਖੀ ਨੇ, ਸਭ ਦੇ ਆਗੂ ਹਨ। ਪੰਚੇ ਪਾਵਹਿ ਦਰਗਹਿ ਮਾਨ, ਤੇ ਉਹੋ ਹੀ ਪੰਜ ਸ੍ਰੇਸ਼ਟ ਜਿਹੜੇ ਗੁਰਮੁਖ ਜਨ ਹਨ। ਸੱਚੇ ਪਾਤਸ਼ਾਹ ਕਹਿੰਦੇ ਦਰਗਾਹ ਕਿਹੜੀ ਹੈ? ਧਰਮ ਰਾਜੇ ਦੀ ਦਰਗਾਹ ਜਾਂ ਸਵਰਗ ਲੋਕ ਜਿਹੜੇ ਮੰਨੇ ਆ, ਜਿੱਥੇ ਵੀ ਉਹ ਚਲੇ ਜਾਣ ਤਾਂ ਮਹਾਰਾਜ ਕਹਿੰਦੇ ਆਦਰ ਪਾਉਂਦੇ ਆ, ਸਤਿਕਾਰ ਪਾਉਂਦੇ ਆ। ਜਿੱਥੇ ਉਹ ਜਾਏ ਤਿੱਥੈ ਉਹ ਸੁਰਖਰੂ, ਉਸ ਕਾ ਮੋਹਿ ਡਿਠੈ ਸਭ ਪਾਪੀ ਧਰਿਆ। ਜਿਹੜੀ ਦਰਗਾਹ ਹੈ ਪਰਮੇਸ਼ਰ ਦੀ, ਧਰਮ ਰਾਜੇ ਦੀ ਕਚਹਿਰੀ, ਉਹਦੇ ਅੰਦਰ ਵੀ ਉਹ ਮਾਣ ਪਾਉਂਦੇ, ਉਹਨਾਂ ਨੂੰ ਜਾਣ ਦੀ ਲੋੜ ਨਹੀਂ ਉੱਦਾਂ। ਪਰ ਜੇ ਚਲੇ ਜਾਣ ਤਾਂ ਫਿਰ ਮਹਾਰਾਜ ਨੇ ਕਿਹਾ ਨਾਨਕ ਧਰਮ ਐਸੇ ਚਬਹੇ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਉੱਠ ਕੇ ਕਹਿੰਦਾ ਮਹਾਰਾਜ ਮੇਰਾ ਤਾਂ ਤੁਸੀਂ ਇਹ ਜਿਹੜੀ ਧਰਮਪੁਰੀ ਹੈ ਪਵਿੱਤਰ ਕਰ ਦਿੱਤੀ। ਮਹਾਰਾਜ ਨੇ ਕਿਹਾ ਉਹ ਇੰਨਾ ਮਾਣ ਪਾਉਂਦੇ ਆ ਕਿ ਉਹਨਾਂ ਦਾ ਕੋਈ ਨਿਰਾਦਰ ਨਹੀਂ ਕਰ ਸਕਦਾ। ਤਿਰਸਕਾਰ ਨਹਿ ਭਵੰਤ ਮਾਨ ਭੰਗਨ ਹੈ, ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁੱਖਨ। ਸੰਸਾਰ ਦੇ ਦੁੱਖ ਨਹੀਂ ਉਹਨਾਂ ਨੂੰ ਪੋ ਸਕਦੇ, ਇੰਨਾ ਮਾਣ ਇਸ ਸੰਸਾਰ ਵਿੱਚ ਵੀ ਪਾਉਂਦੇ ਆ। ਅਤੇ ਪਰਲੋਕ ਵਿੱਚ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਮਾਣ ਪਾਉਂਦੇ ਆ। ਪੰਚੇ ਸੋਹੇ ਦਰ ਰਾਜਾਨ, ਜਿਹੜੇ ਪੰਜ ਭਗਤ ਗੁਰਮੁਖ ਸ੍ਰੇਸ਼ਟ ਜਨ ਹਨ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਰਾਜਾ ਰੂਪ ਹੋ ਕਰਕੇ ਸ਼ੋਭਾ ਪਾਉਂਦੇ ਆ ਇਸ ਸੰਸਾਰ ਦੇ ਅੰਦਰ। ਮਹਾਰਾਜ ਨੇ ਕਿਹਾ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ, ਸਿਰ ਛੱਤ ਸੱਚਾ ਹਰ ਬਣਾਏ। ਆਪਣੇ ਭਗਤਾਂ ਨੂੰ ਮਹਾਰਾਜ ਰਾਜਿਆਂ ਵਰਗਾ ਸੁੱਖ ਦਿੰਦੇ ਆ। ਰਾਜੇ ਨੂੰ ਕਹਿੰਦੇ ਆ ਬ੍ਰਹਮਾ ਜੀ ਨੂੰ ਸਾਰੀ ਉਮਰ ਚ ਓਨਾ ਸੁੱਖ ਨਹੀਂ ਹੁੰਦਾ ਜਿੰਨਾ ਬ੍ਰਹਮ ਗਿਆਨੀ ਨੂੰ ਅੱਖ ਤੇ ਮੀਚਣ ਦੇ ਖੋਲਣ ਦੇ ਜਿੰਨਾ ਸਮਾਂ ਸੁੱਖ ਹੁੰਦਾ। ਸਾਰੀ ਉਮਰ ਚ ਜਿਹੜਾ ਬ੍ਰਹਮਾ ਉਹਨੂੰ ਉਹ ਸੁੱਖ ਨਹੀਂ ਪ੍ਰਾਪਤ ਹੁੰਦਾ। ਬ੍ਰਹਮ ਗਿਆਨੀ ਦਾ ਨਿਮਖ ਜਿੰਨਾ ਸੁੱਖ ਆ। ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਿਨ ਕਮਾਇਆ ਹੈ, ਸਤਿਗੁਰੂ ਜੀ ਕਹਿੰਦੇ ਉਹ ਪੰਜ ਸ੍ਰੇਸ਼ਟ ਜਨ ਸੁਹੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਦਰ ਇਸ ਸੰਸਾਰ ਦੇ ਅੰਦਰ ਰਾਜਾਨ, ਰਾਜਿਆਂ ਦੀ ਤਰ੍ਹਾਂ, ਰਾਜਿਆਂ ਵਰਗੀ ਉਹਨਾਂ ਦੀ ਸ਼ੋਭਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਪੰਚਾ ਕਾ ਗੁਰ ਏਕ ਧਿਆਨ। ਮਹਾਰਾਜ ਕਹਿੰਦੇ ਭਾਈ ਜਿਹੜੇ ਉਹ ਪੰਜ ਸ੍ਰੇਸ਼ਟ ਮਹਾ ਪਵਿੱਤਰ ਜਨ ਹਨ ਨਾ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਉਹਨਾਂ ਦਾ ਸਦਾ ਨਿਰੰਕਾਰ ਜੋ ਸਭ ਦਾ ਗੁਰ ਚੇਤਨ ਰੂਪ ਹੈ ਨਾ, ਉਹਦੇ ਵਿੱਚ ਮਹਾਰਾਜ ਕਹਿੰਦੇ ਅਦਵੈਤ ਬ੍ਰਹਮ ਦੇ ਅੰਦਰ, ਚੇਤਨ ਬ੍ਰਹਮ ਦੇ ਅੰਦਰ ਉਹਨਾਂ ਦਾ ਧਿਆਨ ਜਿਹੜਾ ਹਰ ਵੇਲੇ ਜੁੜਿਆ ਰਹਿੰਦਾ ਹੈ। ਇਹ ਪੰਚਾਂ ਦੀ ਨਿਸ਼ਾਨੀ ਹੈ, ਇਹ ਭਗਤਾਂ ਦੀ ਨਿਸ਼ਾਨੀ ਹੈ, ਇਹ ਸ੍ਰੇਸ਼ਟ ਜਨਾਂ ਦੀ ਨਿਸ਼ਾਨੀ ਹੈ। ਜੇਥਾ ਪੇਖਣ ਤੇਤਾ ਧਿਆਨ। ਇਹ ਮਹਾਰਾਜ ਨੇ ਨਿਧਿਆਸਣ ਦਾ ਵਿਸ਼ਾ ਰੱਖਿਆ ਇਹਦੇ ਚ ਕਿ ਕਮਾਈ ਕਰਨ ਵਾਲੇ ਜਿਹੜੇ ਆ ਪੰਜ ਸ੍ਰੇਸ਼ਟ ਜਨ ਹੁੰਦੇ ਆ। ਐਸੇ ਸ੍ਰੇਸ਼ਟ ਜੋ ਸੰਤ ਜਨ ਹਨ ਉਹ ਕਿਸ ਪ੍ਰਕਾਰ ਜਿਹੜੇ ਆ ਪ੍ਰਮਾਣਿਕ ਹੁੰਦੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਜਿਹੜਾ ਹੈ ਇਹ ਗਰੀਬ ਨਵਾਜ ਜੀ ਹੁਣ ਇਸ ਦੇ ਜਿਵੇਂ ਮਹਾਰਾਜ ਨੇ ਜਿਹੜੀ ਸਿੱਖਿਆ ਦਿੱਤੀ ਹੈ, ਅੰਤਰੀਵ ਅਰਥ ਵੀ ਇਹਦੇ ਖੁੱਲ੍ਹਦੇ ਆ। ਪੰਚ ਪ੍ਰਵਾਨ, ਪੰਜ ਕਹਿੰਦੇ ਆ ਪੰਜ ਨੂੰ, ਪੰਜ ਦੀ ਗਿਣਤੀ ਨੂੰ ਪੰਜ ਕਿਹਾ ਜਾਂਦਾ। ਪੰਜ ਗੁਣ ਕਿਹੜੇ ਆ? ਸਤ, ਸੰਤੋਖ, ਦਇਆ, ਧਰਮ ਤੇ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਹਨਾਂ ਨੂੰ ਧਾਰਨ ਕਰਨ ਵਾਲੇ ਆ ਨਾ ਪੰਜਾਂ ਗੁਣਾਂ ਨੂੰ, ਉਹ ਪ੍ਰਮਾਣਿਕ ਹੁੰਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਗੁਣ ਸਾਨੂੰ ਗੁਰਸਿੱਖਾਂ ਨੂੰ ਗ੍ਰਹਿਣ ਕਰਾਏ ਆ। ਜਿਹੜਾ ਸਜਾਤੀ ਬਿਰਤੀ ਦਾ ਪ੍ਰਵਾਹ ਕਥਨ ਕੀਤਾ ਨਾ, ਇਹ ਤਾਂ ਜਿਹੜਾ ਹੈ ਇਹਨਾਂ ਪੰਜਾਂ ਦਾ ਜਿਹੜਾ ਧਾਰਨ ਕਰਨਾ ਨਾ, ਇਹ ਸਜਾਤੀ ਬਿਰਤੀ ਹੈ। ਤੇ ਵਜਾਤੀ ਬਿਰਤੀ ਦਾ ਤਿਰਸਕਾਰ ਕਰਨਾ ਜਿਹੜੇ ਔਗਣ ਹਨ ਉਹ ਕੀ ਹੈ? ਪੰਚ ਪ੍ਰਧਾਨ। ਪੰਜ ਕਿਹੜੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਵਿਕਾਰਾਂ ਦਾ ਤਿਆਗ ਕਰਨਾ। ਜਿਨ੍ਹਾਂ ਨੇ ਤਿਆਗ ਕੀਤਾ ਉਹ ਪ੍ਰਧਾਨ ਨੇ, ਉਹ ਸਭ ਦੇ ਮੁਖੀ ਹਨ। ਜਿਹੜਾ ਇਹਨਾਂ ਔਗਣਾਂ ਦਾ ਤਿਆਗ ਕਰਨਾ ਇਹ ਵਜਾਤੀ ਬਿਰਤੀ ਦਾ ਤਿਰਸਕਾਰ ਕਰਨਾ ਹੈ। ਕਿਉਂ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਬ੍ਰਹਮ ਗਿਆਨ ਦੇ ਪੈਦਾ ਕਰਨ ਵਾਲੀ ਜਿਹੜੀ ਹੈ ਨਾ ਵਜਾਤੀ ਬਿਰਤੀ ਦਾ ਤਿਆਗ ਤੇ ਸਜਾਤੀ ਬਿਰਤੀ ਦਾ ਪ੍ਰਭਾਵ ਪਾਉਣਾ ਤੇ ਪੰਜਾਂ ਵਿਕਾਰਾਂ ਦਾ ਤਿਰਸਕਾਰ ਕਰਨਾ, ਅਗਿਆਨ ਤੋਂ ਪੈਦਾ ਕਰਨ ਵਾਲੀ
ਸਾਰੀ ਜਿਹੜੀ ਆਸਰੀ ਸੰਪਦਾ ਹੈ ਇਹਦਾ ਫਿਰ ਨਾਸ ਹੋ ਜਾਂਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਦੇ ਪੰਜਾਂ ਵਕਾਰਾਂ ਨੂੰ ਨਾਸ਼ ਕਰਨ ਵਾਲੇ ਉਹ ਪ੍ਰਧਾਨ ਪੁਰਖ ਹੁੰਦੇ ਆ, ਸਭ ਦੇ ਮੁਖੀ ਹੁੰਦੇ ਆ। ਤੇ ਐਸੇ ਪੰਚੇ ਪਾਵਹਿ ਦਰਗਹਿ ਮਾਨ। ਫਿਰ ਗੁਰਮੁਖ ਪੰਜਾਂ ਤੱਤਾਂ ਦੀ ਧਾਰਨਾ ਕਰਕੇ ਪਰਮੇਸ਼ਰ ਦੀ ਦਰਗਾਹ ਵਿੱਚ ਆਦਰ ਪਾਉਂਦੇ ਹਨ। ਆਕਾਸ਼ ਵਰਗੇ ਉਹ ਨਿਰਖੋਭ ਹੁੰਦੇ ਆ। ਜਿਵੇਂ ਆਕਾਸ਼ ਨੂੰ ਕਿਸੇ ਚੀਜ਼ ਦੀ ਲਪਾਈਮਾਨਗੀ ਨਹੀਂ ਨਾ, ਇਵੇਂ ਇਹ ਤੱਤਾਂ ਤੋਂ ਵੀ ਉਹਨਾਂ ਦਾ ਜਿਹੜਾ ਨਾ ਉਹ ਤੱਤਾਂ ਦੀ ਧਾਰਨਾ ਕਰਕੇ ਉਹਨਾਂ 'ਚ ਗੁਣ ਹੁੰਦੇ ਆ। ਪਾਣੀ ਦੀ ਨਿਆਈ ਹੋਰਨਾਂ ਦੀ ਮੈਲ ਲਾ ਕੇ ਵੀ ਉੱਜਲ ਰਹਿੰਦੇ ਆ। ਜਿਵੇਂ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਇਸ ਪ੍ਰਕਾਰ ਜਿਹੜੇ ਗੁਰਮੁਖ ਹਨ ਉਹ ਬ੍ਰਹਮ ਗਿਆਨੀ ਉਹ ਜਲ ਵਾਂਗ ਨਿਰਮਲ ਰਹਿੰਦੇ ਆ। ਧਰਤੀ ਦੀ ਨਿਆਈ ਖਿਮਾ ਧਾਰਦੇ ਆ, ਹਰੇਕ ਦੇ ਉੱਤੇ ਖਿਮਾ ਕਰਦੇ ਆ। ਧਰਤੀ ਕਿੱਡਾ ਉਪਕਾਰ ਕਰਦੀ ਹੈ। ਅੱਗ ਦੀ ਨਿਆਈ ਪ੍ਰਕਾਸ਼ਮਾਨ ਹੁੰਦਾ ਹੈ ਉਹਨਾਂ ਦਾ ਹਿਰਦਾ, ਜਿਹੜਾ ਜਿੰਨਾ ਵੀ ਸੰਸਾਰ ਦਾ ਵਿਸ਼ੇ ਸੁੱਖ ਸਭ ਉਸ ਅਗਨੀ ਦੇ ਅੰਦਰ ਨਿਸ਼ਟ ਹੋ ਜਾਂਦੇ ਆ। ਤੇ ਪਾਉਣ ਦੀ ਨਿਆਈ ਨਿਰਲੇਪਤਾ ਵਾਲੇ ਹੁੰਦੇ ਆ। ਜਿਵੇਂ ਮਹਾਰਾਜ ਕਿਹਾ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ, ਜਹਾਂ ਕੱਛ ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸ਼ੰਕਾ ਮਾਨ। ਗੁਰਮੁਖ ਜਿਹੜੇ ਆ ਪੰਜਾਂ ਤੱਤਾਂ ਦੀ ਧਾਰਨਾ ਕਰਕੇ ਵਾਹਿਗੁਰੂ ਦੀ ਦਰਗਾਹ ਸੱਚਖੰਡ ਵਿੱਚ ਮਾਣ ਪ੍ਰਾਪਤ ਕਰਦੇ ਆ। ਪੰਚੇ ਸੋਹੇ ਦਰ ਰਾਜਾਨ, ਜਿਹੜੇ ਸੰਤ ਭਗਤ ਬ੍ਰਹਮ ਗਿਆਨੀ ਹੈ ਪੰਚ ਸ਼ਬਦ ਕੀ ਹੈ, ਪੰਚ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਸ਼ਿਆਂ ਦਾ ਤਿਆਗ ਕਰਕੇ ਦਰ ਸੰਸਾਰ ਰੂਪੀ ਜਿਹੜਾ ਦਰਵਾਜ਼ਾ ਹੈ ਇਹਦੇ ਵਿੱਚ ਰਾਜਾ ਰੂਪ ਹੋ ਕਰਕੇ ਸ਼ੋਭਾ ਪਾਉਂਦੇ ਆ। ਇਹਦੇ ਅੰਦਰ ਇਹੋ ਜਿਹੇ ਰਾਜਾ ਰੂਪ ਹੋ ਕੇ ਸ਼ੋਭਾ ਪਾਉਂਦੇ ਆ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਬੰਧਨ ਨਹੀਂ ਹੁੰਦਾ। ਮਹਾਰਾਜ ਨੇ ਕਿਹਾ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਉਹ ਸਾਰਿਆਂ ਦੇ ਰਾਜੇ ਆ। ਸਤਿਗੁਰੂ ਜੀ ਨੇ ਕਿਹਾ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ, ਨਾਮ ਵਿੱਚ ਜਿਨ੍ਹਾਂ ਦਾ ਚਿੱਤ ਰੰਗਿਆ ਗਿਆ ਉਹ ਭਾਈ ਪਾਤਸ਼ਾਹ ਹਨ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਉਹ ਭਾਈ ਮਹਾਨ ਨੇ, ਰਾਜਿਆਂ ਵਰਗੀ ਉਹਨਾਂ ਦੀ ਸ਼ੋਭਾ ਹੈ। ਪੰਚਾ ਕਾ ਗੁਰ ਏਕ ਧਿਆਨ, ਜਿਨ੍ਹਾਂ ਨੇ ਪੰਜੇ ਗਿਆਨ ਇੰਦਰੀਆਂ ਦੇ ਗੁਰੂ ਇੱਕ ਮਨ ਨੂੰ, ਪੰਜਾਂ ਗਿਆਨ ਇੰਦਰੀਆਂ ਦਾ ਗੁਰੂ ਕਿਹੜਾ? ਇੱਕ ਮਨ, ਉਹਨੂੰ ਹਰ ਵਕਤ ਰੋਕਣਾ ਅਤੇ ਧਿਆਨ ਵਿੱਚ ਲੱਗੇ ਰਹਿੰਦੇ ਹਨ। ਮਨ ਨੂੰ ਰੋਕ ਕੇ ਇੱਕ ਵਾਹਿਗੁਰੂ ਵਿੱਚ ਜੋੜੀ ਰੱਖਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਧਿਆਨ ਉਹਨਾਂ ਦਾ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ ਵਾਹਿਗੁਰੂ ਵਿੱਚ ਟਿਕਾਇਆ ਹੈ, ਨਿਰੰਕਾਰ ਵਿੱਚ ਟਿਕਾਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਪੰਜ ਸ੍ਰੇਸ਼ਟ ਜਨ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਦਾ ਧਿਆਨ ਟਿਕਿਆ ਰਹਿੰਦਾ ਹੈ। ਜਿਹੜਾ ਇੰਦਰੀਆਂ ਦੇ ਗਿਆਨ ਇੰਦਰੇ ਜਿਹੜੇ ਹਨ ਉਹਨਾਂ ਦਾ ਗੁਰੂ ਇੱਕ ਮਨ ਮੰਨਿਆ ਨਾ, ਮਨ ਦੇ ਉੱਤੇ ਪਹਿਰਾ ਦਿੰਦੇ ਆ। ਮਨ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹਰ ਵੇਲੇ ਉਹਨਾਂ ਦਾ ਧਿਆਨ ਜਿਹੜਾ ਉਹ ਟਿਕਿਆ ਰਹਿੰਦਾ ਹੈ ਤੇ ਪਰਮੇਸ਼ਰ ਦਾ ਧਿਆਨ ਧਾਰਦੇ ਹਨ। ਉਹ ਪਰਮੇਸ਼ਰ ਕੈਸਾ ਹੈ ਹੁਣ ਇਸ ਅਰਥ ਵਿੱਚ ਇਹ ਸਪਸ਼ਟ ਹੋਊਗਾ। ਪੰਚ ਪ੍ਰਵਾਨ, ਪੰਚ ਨਾਮ ਜਿੱਥੇ ਸ੍ਰੇਸ਼ਟ ਦਾ ਹੈ ਉਹ ਸ੍ਰੇਸ਼ਟ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਤੇ ਪ੍ਰਮਾਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਪਰਮਾਣੂ ਭਾਵ ਅਣੂ ਸੂਖਮ ਤੋਂ ਸੂਖਮ ਹੁੰਦਾ ਨਾ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਚੇਤਨ ਬ੍ਰਹਮ, ਉਹ ਸੂਖਮ ਤੋਂ ਸੂਖਮ ਹੈ। ਕਿਸੇ ਪ੍ਰਮਾਣ ਜਾਂ ਬੁੱਧ ਆਦਿ ਕਰਕੇ ਵਿਸ਼ੇ 'ਚ ਨਹੀਂ ਆਉਂਦਾ। ਉਹ ਕੋਈ ਰੰਗ ਨਹੀਂ ਹੈਗਾ ਜੇ ਅੱਖਾਂ ਵੇਖ ਲੈਣ, ਕੋਈ ਆਵਾਜ਼ ਨਹੀਂ ਹੈਗੀ ਕੰਨ ਸੁਣ ਲੈਣ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉਹ ਜੋ ਪਰਮੇਸ਼ਰ ਹੈ ਨਾ ਅਕਾਲ ਪੁਰਖ ਵਾਹਿਗੁਰੂ ਪੰਚ ਸ੍ਰੇਸ਼ਟ, ਹਰਜੀ ਸੂਖਮ ਅਗਮ ਹੈ, ਕਹੋ ਕਿਤ ਵਿਦ ਪਾਇਆ ਜਾਏ, ਮਹਾਰਾਜ ਬਾਣੀ 'ਚ ਕਹਿੰਦੇ ਆ। ਪੰਚ ਪ੍ਰਧਾਨ, ਉਹ ਸ੍ਰੇਸ਼ਟ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਜਿਨ੍ਹਾਂ ਦੀ ਬਾਬਤ ਬਿਰਦਨ ਬਿਰਦ ਬਤਾਏ, ਮਹਾਰਾਜ ਕਹਿੰਦੇ ਆ ਉਹ ਭਾਈ ਸਭ ਦਾ ਹੀ ਪ੍ਰਧਾਨ ਹੈ, ਸਭ ਨੂੰ ਚਲਾਉਣ ਵਾਲਾ ਉਹ ਆਪ ਹੈ, ਸਭ ਦਾ ਹੀ ਮੁਖੀ ਰੂਪ ਉਹ ਆਪ ਹੈ। ਸਰਗੁਣ ਰੂਪ ਇਹ ਸੰਸਾਰ ਉਹਦਾ ਸਰਗੁਣ ਰੂਪ ਹੈ। ਪੰਚੇ ਪਾਵਹਿ ਦਰਗਹਿ ਮਾਨ, ਉਹ ਪੰਚ ਸ੍ਰੇਸ਼ਟ ਜੋ ਪ੍ਰਮਾਤਮਾ ਹੀ ਸਰੋਤ ਹੈ ਸਭ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਦਰ ਇੰਦਰੀਆਂ ਦੁਆਰਾ ਨਿਕਲ ਕੇ ਵਸਤੂ ਦਾ ਮਾਨ ਜਾਣਨਾ ਪਾਉਂਦੇ ਹਨ, ਕਿਉਂਕਿ ਵਸਤੂ ਦਾ ਗਿਆਨ ਤਦੋਂ ਹੀ ਹੁੰਦਾ ਜਦੋਂ ਬਿਰਤੀ ਅਰੂੜ ਚੇਤਨ ਅੰਦਰ ਵਾਹਿਗੁਰੂ ਸਾਡੇ ਆ, ਤੇ ਤਾਂ ਅਸੀਂ ਨਿਰਣਾ ਕਰ ਪਾਉਂਦੇ ਹਾਂ। ਉਹਦੀ ਚੇਤਨ ਸੱਤਾ ਤੋਂ ਬਿਨਾਂ ਅਸੀਂ ਨਿਰਣਾ ਨਹੀਂ ਕਰ ਸਕਦੇ। ਸਤਿਗੁਰੂ ਜੀ ਕਹਿੰਦੇ ਭਾਈ ਉਹ ਜੇ ਸ੍ਰੇਸ਼ਟ ਨਿਰੰਕਾਰ ਹੈ ਨਾ,
ਉਹਦੇ ਅੰਦਰ ਹੋਣੇ ਕਰਕੇ, ਉਹਦੀ ਸੱਤਾ ਹੋਣੇ ਕਰਕੇ ਹੀ ਸਾਨੂੰ ਹਰੇਕ ਚੀਜ਼ ਦਾ ਗਿਆਨ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਉਂ ਘਟ ਘਟ ਜਿਹੜਾ ਹੈ ਸਰੀਰਾਂ ਦੇ ਅੰਦਰ ਉਹਦਾ ਪ੍ਰਕਾਸ਼ ਹੋ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਦੇ ਕਰਕੇ ਜਿਹੜਾ ਹੈ ਜੀਵ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਸੋਝੀ ਪ੍ਰਾਪਤ ਹੁੰਦੀ ਹੈ, ਸੰਸਾਰ ਦੀ ਚੰਗੀ ਜਾਂ ਮਾੜੀ ਚੀਜ਼ ਦਾ ਨਿਰਣਾ ਕਰ ਪਾਉਂਦਾ ਹੈ। ਤੇ ਪੰਚੇ ਸੋਹੇ ਦਰ ਰਾਜਾਨ, ਪੰਚ ਸ੍ਰੇਸ਼ਟ ਪਰਮਾਤਮਾ ਰਾਜਾ ਰੂਪ ਹੋ ਕਰਕੇ ਸਭ ਥਾਵਾਂ ਤੇ ਸੋਭ ਰਿਹਾ ਹੈ। ਪੰਚਾ ਕਾ ਗੁਰ ਏਕ ਧਿਆਨ, ਸਾਰਿਆਂ ਦਾ ਗੁਰੂ ਪੂਜਨੀਕ ਇੱਕੋ ਇੱਕ ਪਰਮੇਸ਼ਰ ਹੈ। ਸਤਿਗੁਰੂ ਜੀ ਕਹਿੰਦੇ ਸਿੱਧੋ ਉਹਦਾ ਧਿਆਨ ਕਰੋ, ਉਸ ਵਾਹਿਗੁਰੂ ਜੀ ਦੇ ਨਾਲ ਜੁੜੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਹੁਣ ਜਿਹੜਾ ਹੈ ਭਵਿੱਖਤ ਵਾਕ ਵੀ ਸਤਿਗੁਰਾਂ ਜੀ ਨੇ ਇਹਦੇ ਅੰਦਰ ਸਤਿਗੁਰਾਂ ਜੀ ਨੇ ਕਥਨ ਕੀਤੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਹੜਾ ਸੀ ਪੁੱਛਿਆ ਸੀ ਕਿ ਜਦੋਂ ਸਤਿਗੁਰੂ ਜੀ ਨੂੰ ਆਖਿਆ ਨਾ ਇਹ ਮੂਲ ਰੂਪ ਚ ਅਰਥ ਜਿਹੜੇ ਆ ਉਹ ਸਮਝਣੇ, ਕਿਉਂਕਿ ਵਿਸਥਾਰ ਹੈ ਇਸ ਪੌੜੀ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਆਖਿਆ ਸੀ ਕਿ ਜਿਹੜੀ ਆਪਾਂ ਪੌੜੀ ਪੜ੍ਹੀ ਸੀ ਕਿ ਗੁਰੂ ਸਾਹਿਬ ਨੂੰ ਆਖਿਆ ਮਹਾਰਾਜ ਤੁਹਾਡੀ ਉਮਰ 4 ਯੁੱਗ ਵਧਾ ਦਿੰਦੇ ਆ। ਤੇ ਮਹਾਰਾਜ ਨੇ ਆਖਿਆ ਜੇ ਯੁੱਗ 4 ਆਰ ਜਾਂ ਹੋਰ ਦਸੂਣੀ ਹੋਏ, ਉਹ ਆਪਾਂ ਪਿੱਛੇ ਸੁਣਾ ਹੈ ਨਾ। ਤੇ ਮਹਾਰਾਜ ਨੂੰ ਕਹਿੰਦੇ ਯੋਗ ਸਾਧਨਾ ਦੇ ਵਿੱਚ ਤੁਸੀਂ ਆ ਜਾਓ, ਸਾਡਾ ਯੋਗ ਮਤ ਧਾਰਨ ਕਰ ਲਓ। ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਕਿ ਨਹੀਂ, ਅਸੀਂ ਉਮਰ ਦੇ ਵਧਾਉਣ ਵਿੱਚ ਜਿਹੜਾ ਸਾਡਾ ਵਿਸ਼ਵਾਸ ਨਹੀਂ, ਅਸੀਂ ਤਾਂ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਵਿੱਚ ਵਿਸ਼ਵਾਸ ਰੱਖਦੇ ਹਾਂ। ਕਿਉਂਕਿ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਇਹੋ ਜਿਹੀ ਹਾਲਤ ਹੁੰਦੀ ਇੱਕ ਦਿਨ। ਤੇ ਫਿਰ ਸਿੱਧਾ ਨੇ ਮਹਾਰਾਜ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਫਿਰ ਆਪ ਜੀ ਦਾ ਸਰੀਰ ਤਾਂ ਮਹਾਰਾਜ ਨਹੀਂ ਰਹੇਗਾ, ਤੇ ਜਦੋਂ ਆਪ ਜੀ ਜੋਤੀ 'ਚ ਲੀਨ ਹੋ ਜਾਓਗੇ ਤੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਤੁਹਾਡਾ ਜਿਹੜਾ ਉਪਦੇਸ਼ ਹੈ ਇਹ ਸਾਰਾ ਫਿਰ ਸਮਾਪਤੀ ਖਤਮ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਹੀਂ ਸਿੱਧੋ, ਅਸੀਂ ਆਪਣੇ ਥਾਂ ਤੇ ਅੱਗੇ ਜਿਹੜਾ ਹੈ ਆਪਣੇ ਉੱਤਰਾਧਿਕਾਰੀ ਥਾਪਾਂਗੇ, ਆਪਣੀ ਗੱਦੀ ਤੇ ਥਾਪਾਂਗੇ। ਤੇ ਸਤਿਗੁਰੂ ਜੀ ਨੂੰ ਫਿਰ ਸਿੱਧਾ ਨੇ ਕਿਹਾ ਮਹਾਰਾਜ ਜਿਹੜਾ ਉਹਨਾਂ ਦਾ ਵੀ ਸਰੀਰ ਕਿੰਨਾ ਕੁ ਚਿਰ ਬਣਿਆ ਰਹੇਗਾ, ਸਰੀਰ ਤਾਂ ਫਿਰ ਖਤਮ ਹੋ ਜਾਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ ਕਿ ਸਿੱਧੋ ਅਸੀਂ ਫਿਰ ਤੀਸਰੇ ਥਾਂ ਤੇ ਜਿਹੜਾ ਹੈ ਅੱਗੇ ਗੱਦੀ ਥਾਪਾਂਗੇ। ਤੇ ਉਹ ਫਿਰ ਸਿੱਧਾ ਨੇ ਕਿਹਾ ਮਹਾਰਾਜ ਵੀ ਇਹ ਕਿੰਨਾ ਕੁ ਚਿਰ ਤੱਕ ਇਸ ਤਰ੍ਹਾਂ ਫਿਰ ਚੱਲੇਗਾ। ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ 10 ਜਾਮੇ ਜਿਹੜੇ ਆ ਉਹ ਧਾਰਨ ਕਰਨੇ ਆ ਸਰੀਰ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ 10ਵਾਂ ਜਾਮਾ ਜਦੋਂ ਅਸੀਂ ਧਾਰਨ ਕਰਨਾ ਨਾ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਭਵਿੱਖਤ ਬਚਨ ਜਿਹੜੇ ਆ ਸਤਿਗੁਰੂ ਜੀ ਨੇ ਕਹੇ ਆ। ਪੰਜ ਪ੍ਰਵਾਨ ਮਹਾਰਾਜ ਕਹਿੰਦੇ ਜਿਹੜੇ ਪੰਜ ਪਿਆਰੇ ਹੋਣਗੇ ਨਾ, ਉਹੋ ਹੀ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਵਾਨਿਕ ਹੋਣਗੇ ਸਾਡੇ ਘਰ ਦੇ ਅੰਦਰ। ਪੰਚ ਪ੍ਰਧਾਨ ਉਹੋ ਹੀ ਪੰਚ ਪ੍ਰਧਾਨ ਹੋਣਗੇ, ਉਹਨਾਂ ਦੇ ਆਗਿਆ ਮੁਤਾਬਕ ਹੀ, ਉਹਨਾਂ ਦੇ ਕੀਤੇ ਗੁਰਮਤੇ ਮੁਤਾਬਕ ਹੀ ਸਭ ਕੁਝ ਚੱਲੇਗਾ। ਇਸ ਕਰਕੇ ਮਹਾਰਾਜ ਨੇ ਕਿਹਾ ਹੈ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾ ਕੋ ਸਿਰ ਧਰ ਸ਼ਕ ਪੁਨ ਲੇਵੈ। ਹੁਣ ਮਿਲ ਪੰਚੋ ਰਹਿਤ ਜੋ ਭਾਖੈ, ਤਾ ਕੋ ਮਨ ਮੈਂ ਦ੍ਰਿੜ ਕਰ ਰੱਖੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜੋ ਪੰਜ ਪਿਆਰੇ ਕਰ ਦੇਣਗੇ ਉਹਨੂੰ ਕੋਈ ਔਲਾਦ ਨਹੀਂ ਸਕੂਗਾ, ਜੋ ਪੰਜ ਪਿਆਰੇ ਅਰਦਾਸ ਕਰ ਦੇਣਗੇ ਉਸੇ ਵੇਲੇ ਫਤਿਹ ਹੋਊਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪੰਚੇ ਪਾਵਹਿ ਦਰਗਹਿ ਮਾਨ, ਉਹ ਪੰਜ ਜਿਹੜੇ ਪੰਜ ਪਿਆਰੇ ਸਾਡੀ ਦਰਗਾਹ ਦੇ ਅੰਦਰ ਮਾਣ ਸਤਿਕਾਰ ਪਾਉਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਸਾਡਾ ਪੰਚ ਪ੍ਰਧਾਨੀ ਜਿਹੜਾ ਨਾ ਉਹ ਸਤਿਗੁਰੂ ਜੀ ਕਹਿੰਦੇ ਭਾਈ ਰਾਜ ਹੋਵੇਗਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਆਉਣ ਵਾਲੇ ਸਮੇਂ ਦੇ ਜਿਹੜੇ ਆ ਨਾ ਇਹ ਸਤਿਗੁਰਾਂ ਜੀ ਨੇ ਭਵਿੱਖਤ ਬਚਨ ਵੀ ਕੀਤੇ ਆ। ਤੇ ਇਹਦੇ ਵਿੱਚ ਵਿਸਥਾਰ ਬਹੁਤ ਜ਼ਿਆਦਾ ਪੰਜਾਂ ਪਿਆਰਿਆਂ ਦਾ, ਪੰਜਾਂ ਕਕਾਰਾਂ ਦਾ। ਇਉਂ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੀਆਂ ਕ੍ਰੈਤਾਂ ਭਾਵੇਂ 4 ਨੇ ਉਹਦੇ 'ਚ ਸ਼ਰਾਬ ਨੂੰ ਮਿਲਾ ਕੇ 5 ਬਣਾਉਂਦੇ ਆ। ਕਾਲਖ ਜਿਹੜੀ ਆ ਲਾਉਣੀ ਉਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨਾ ਕੀਤਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਪੰਚ ਦਾ ਮੁੱਖ ਅਰਥ ਜਿਹੜਾ ਨਾ ਉਹ ਸਮਝਣਾ ਕਿ ਭਗਤ ਸ੍ਰੇਸ਼ਟ ਜਨ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੇ ਆ ਉਹਨਾਂ ਦੀ ਨਿਸ਼ਾਨੀ ਦੱਸੀ ਆ ਪਹਿਲਾਂ ਕਿ ਜਿਹੜੇ ਸੰਤ ਜਨ ਹਨ ਨਾ ਉਹਨਾਂ ਦਾ ਧਿਆਨ ਇੱਕ ਗੁਰੂ ਸਾਹਿਬ ਦੇ ਵਿੱਚ ਟਿਕਿਆ ਰਹਿੰਦਾ ਹੈ, ਉਹ ਸਦਾ ਹੀ ਨਾਮ ਜਪਦੇ ਰਹਿੰਦੇ ਆ।
ਉਹਨਾਂ ਦਾ ਧਿਆਨ ਪਰਪੱਕ ਹੋ ਜਾਂਦਾ ਹੈ ਸਾਧਨਾ ਕਰਨ ਦੇ ਨਾਲ, ਨਾਮ ਦੇ ਜਪਣ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਉਂਦੇ ਹੀ ਈਸ਼ਵਰ ਦੀ ਜਿਹੜੀ ਦ੍ਰਿਸ਼ਟੀ ਵਿੱਚ ਨਾ ਉਹ ਮਨਜ਼ੂਰ ਹੋ ਜਾਂਦੇ ਆ, ਸਫਲ ਹੋ ਜਾਂਦੇ ਆ, ਥਾਂ ਪੈ ਜਾਂਦੇ ਆ। ਤੇ ਸਾਧ ਸੰਗਤ ਦੇ ਅੰਦਰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਇਹੋ ਜਿਹਾ ਮੁੱਖ ਦਰਜਾ ਉਹਨਾਂ ਨੂੰ ਸਾਧ ਸੰਗਤ ਦੇ ਵਿੱਚ ਪ੍ਰਾਪਤ ਹੁੰਦਾ ਹੈ ਕਿ ਸਤਿਗੁਰੂ ਜੀ ਕਹਿੰਦੇ ਭਾਈ ਉਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਤੇ ਜਿਹੜੇ ਆ ਬਾਦਸ਼ਾਹਾਂ ਦੇ ਬਾਦਸ਼ਾਹ ਅਖਵਾਉਂਦੇ ਆ। ਤੇ ਇਹਦੇ ਮੂਲ ਰੂਪ ਚ ਜਿਹੜੇ ਆ ਅਰਥ ਉਹ ਸਮਝਣੇ ਕਿ ਸੰਤ ਭਗਤ ਨਾਮ ਦੀ ਕਮਾਈ ਕਰਨ ਵਾਲੇ ਪੰਜ ਸ੍ਰੇਸ਼ਟ ਜਨ ਪ੍ਰਮਾਣਿਕ ਹੁੰਦੇ ਆ ਪਰਲੋਕ ਦੇ ਅੰਦਰ। ਉਹੋ ਹੀ ਮਹਾਰਾਜ ਕਹਿੰਦੇ ਸਭ ਦੇ ਪ੍ਰਧਾਨ ਤੇ ਮੁਖੀ ਹੁੰਦੇ ਆ। ਬਾਕੀ ਆਪਣੇ ਅਹੁਦਿਆਂ ਤੋਂ, ਆਪਣੀਆਂ ਅਵਸਥਾਵਾਂ ਤੋਂ, ਆਪਣੀਆਂ ਪਦਵੀਆਂ ਤੋਂ ਡੋਲ ਜਾਂਦੇ ਆ। ਪੰਜ ਸ੍ਰੇਸ਼ਟ ਜਨ ਹੀ ਉਹਨਾਂ ਦੀ ਹੀ ਜਿਹੜੀ ਤੁਰਿਆ ਪਦ ਰੂਪੀ ਅਵਸਥਾ ਹੈ ਨਾ, ਪਦਵੀ, ਉਹ ਕਾਇਮ ਰਹਿੰਦੀ ਹੈ। ਇਸ ਕਰਕੇ ਸਭ ਦੇ ਪ੍ਰਧਾਨ ਨੇ, ਮੁਖੀ ਨੇ। ਪੰਚੇ ਪਾਵਹਿ ਦਰਗਹ ਮਾਨ, ਉਹ ਦਰਗਾਹ ਕਿਹੜੀ ਹੈ? ਸਤ ਸੰਗਤ। ਮਹਾਰਾਜ ਦੀ ਦਰਗਾਹ, ਸਤ ਸੰਗਤ ਰੂਪੀ ਦਰਗਾਹ ਦੇ ਅੰਦਰ ਉਹ ਮਾਣ ਪਾਉਂਦੇ ਆ, ਸਤਿਕਾਰ ਪਾਉਂਦੇ ਆ। ਫਿਰ ਇਹ ਸੰਸਾਰ ਵੀ ਦਰਗਾਹ ਹੈ, ਸੰਸਾਰ ਦੇ ਵਿੱਚ ਵੀ ਮਾਣ ਪਾਉਂਦੇ ਆ। ਫਿਰ ਇਹ ਸੱਚਖੰਡ ਵੀ ਸੱਚੇ ਪਾਤਸ਼ਾਹ ਦੀ ਦਰਗਾਹ ਹੈ, ਉਹ ਸੱਚਖੰਡ ਵਿੱਚ ਵੀ ਮਾਣ ਪਾਉਂਦੇ ਆ। ਧਰਮ ਰਾਜੇ ਦੀ ਕਚਹਿਰੀ ਵੀ ਦਰਗਾਹ ਸਮਝ ਲਓ, ਜਿਸ ਦਰਗਾਹ ਦੇ ਅੰਦਰ ਲੇਖਾ ਪੁੱਛਿਆ ਜਾਂਦਾ, ਉੱਥੇ ਵੀ ਉਹ ਮਾਣ ਪਾਉਂਦੇ ਆ। ਪੰਚੇ ਸੋਹੇ ਦਰ ਰਾਜਾਨ, ਮਹਾਰਾਜ ਕਹਿੰਦੇ ਇਸ ਸੰਸਾਰ ਰੂਪੀ ਦਰ ਦੇ ਅੰਦਰ ਰਾਜਿਆਂ ਵਾਂਗੂ ਉਹ ਸ਼ੋਭਾ ਪਾਉਂਦੇ ਆ। ਇਹੋ ਜਿਹੀ ਉਹਨਾਂ ਦੀ ਵੱਡੀ ਸ਼ੋਭਾ ਹੁੰਦੀ ਹੈ। ਪੰਚਾ ਕਾ ਗੁਰ ਏਕ ਧਿਆਨ, ਉਹਨਾਂ ਪੰਜਾਂ ਸ੍ਰੇਸ਼ਟ ਜਨਾਂ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਿਸ਼ਾਨੀ ਕੀ ਹੈ ਉਹਨਾਂ ਦੀ? ਉਹਨਾਂ ਦਾ ਇੱਕ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਵਿੱਚ, ਨਿਰੰਕਾਰ ਦੇ ਅੰਦਰ ਸਦਾ ਜਿਹੜਾ ਨਾ ਧਿਆਨ ਲੱਗਾ ਰਹਿੰਦਾ ਹੈ। ਇੱਕ ਰਸ ਧਿਆਨ ਕਰਕੇ ਉਹ ਇਕਾਗਰ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਇਹ ਜੋ ਸ੍ਰੇਸ਼ਟ ਸੰਤਾਂ ਭਗਤਾਂ ਦੀ ਨਿਸ਼ਾਨੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਹੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹਦਾ ਕਮਾਈ ਕਰਕੇ ਇੱਕ ਧਿਆਨ ਨਿਰੰਕਾਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਭਾਈ ਜੁੜਦਾ ਹੈ ਨਾ, ਉਹ ਪੰਜ ਸ੍ਰੇਸ਼ਟ ਹੋ ਜਾਂਦਾ ਹੈ, ਉਹਦਾ ਜੀਵਨ ਸ੍ਰੇਸ਼ਟ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਇਹੋ ਜਿਹਾ ਧਨੀ ਹੋ ਜਾਂਦਾ ਹੈ ਕਿ ਹੋਰਨਾਂ ਦੇ ਵੀ ਅੰਦਰੋਂ ਅੰਧਕਾਰ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਸ਼ ਕਰਨ ਦੇ ਉਹ ਸਮਰੱਥ ਹੈ। ਐਸਾ ਉਹ ਸ੍ਰੇਸ਼ਟ ਹੈ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪੰਚ ਜਨ ਦੀ ਜਿਹੜੀ ਪਰਿਭਾਸ਼ਾ ਹੈ ਉਹ ਸਤਿਗੁਰਾਂ ਜੀ ਨੇ ਸਿੱਧਾਂ ਨੂੰ ਦੱਸੀ ਕਿ ਕਮਾਈ ਕਰਨ ਵਾਲਾ, ਨਾਮ ਦਾ ਅਭਿਆਸ ਕਰਨ ਵਾਲਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਭਾਈ ਪੰਚ ਸ੍ਰੇਸ਼ਟ ਹੁੰਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਆ, ਜੇ ਕੋ ਕਹਿ ਕਰੈ ਵਿਚਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਦੋਂ ਜੇ ਕੋਈ ਕਹੇ ਕਿ ਮੈਂ ਪਰਮੇਸ਼ਰ ਦਾ ਵਿਚਾਰ ਨਿਰਣਾ ਕਰ ਸਕਦਾ ਹਾਂ, ਇਸ ਪ੍ਰਕਾਰ ਜੇ ਕਹੇ ਤਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਰਤੇ ਕਾ ਕਰਨਾ ਨਾਹੀ ਸੁਮਾਰ। ਕਰਤੇ ਕੇ ਜਿਹੜੇ ਕਰਤਾ ਵਾਹਿਗੁਰੂ ਦੇ, ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਹਨ, ਜਿਹੜੇ ਕੀਤੇ ਹੋਏ ਕਰਤੱਵ ਹਨ, ਸੰਸਾਰ ਵਾਹਿਗੁਰੂ ਨੇ ਕੀਤਾ ਹੈ। ਮਹਾਰਾਜ ਕਹਿੰਦੇ ਇਹਦੀ ਸੁਮਾਰ ਗਿਣਤੀ ਨਹੀਂ ਆ ਸਕਦੀ ਹੈ। ਜੇ ਕੋ ਕਹੈ, ਜੇ ਕੋਈ ਕਹੇ ਕਿ ਮੈਂ ਕਰ ਸਕਦਾ ਹਾਂ ਵਿਚਾਰ ਵਾਹਿਗੁਰੂ ਦੇ ਕਰਤੱਵਾਂ ਦੀ, ਜੋ ਪਰਮੇਸ਼ਰ ਨੇ ਰਚਨਾ ਕੀਤੀ ਹੈ, ਮੈਂ ਉਹਦੀ ਵਿਚਾਰ ਕਰਕੇ ਦੱਸ ਸਕਦਾ ਹਾਂ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਕਰਤਾ ਪੁਰਖ ਨੇ ਜਿਹੜੇ ਕਰਨੇ ਕਰਤੱਵ ਕੀਤੇ ਹਨ, ਉਹਨਾਂ ਦੀ ਕੋਈ ਸੁਮਾਰ ਗਿਣਤੀ ਨਹੀਂ ਆ ਸਕਦੀ। ਕਿੰਨੇ ਕੁ ਸੂਰਜ ਕਰ ਦਿੱਤੇ ਆ, ਕਿੰਨੇ ਕੁ ਚੰਦਰਮਾ ਕਰ ਦਿੱਤੇ ਆ, ਕਿੰਨੀਆਂ ਕੁ ਧਰਤੀਆਂ ਕਰ ਦਿੱਤੀਆਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਉਂ ਆ ਨਹੀਂ ਸਕਦਾ। 84 ਲੱਖ ਜੂਨਾਂ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੀ ਧਰਤੀ ਹੈ ਇਹਦਾ ਕੋਈ ਜਿਹੜਾ ਹੈ ਉਹ ਅੰਤ ਨਹੀਂ ਆ ਸਕਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਿਹੜਾ ਕਰਤਾ ਪੁਰਖ ਦਾ ਕਰਤੱਵ ਹੈ, ਕਰਤੇ ਕਾ ਕਰਨਾ, ਜੋ ਕਰਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਕਰਤੱਵ ਕੀਤੇ ਹਨ,
ਉਹਨਾਂ ਦੀ ਸਮਾਰ ਗਿਣਤੀ ਨਹੀਂ ਆ ਸਕਦੀ। ਸਮਾਰ ਦਾ ਅਰਥ ਹੁੰਦਾ ਗਿਣਤੀ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਵਾਹਿਗੁਰੂ ਜੀ ਦੀ ਤਾਂ ਕਿਸੇ ਨੇ ਵਿਚਾਰ ਕੀ ਪ੍ਰਾਪਤ ਕਰਨੀ ਹੈ, ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਕੋਈ ਭਾਵੇਂ ਵਿਚਾਰ ਕਰਕੇ ਕਹੇ ਕਿ ਮੈਂ ਵਿਚਾਰ ਕਰ ਸਕਦਾ ਹਾਂ, ਮੈਨੂੰ ਪੂਰੀ ਸਮਝ ਲੱਗ ਸਕਦੀ ਹੈ, ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਦੇ ਜਿਹੜੇ ਹੈ ਗੁਣਾਂ ਦੀ, ਵਾਹਿਗੁਰੂ ਦੇ ਕੀਤੇ ਹੋਏ ਇਸ ਸੰਸਾਰ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗਿਣਤੀ ਜਿਹੜੀ ਹੈ ਨਾ ਉਹ ਨਹੀਂ ਕਰ ਸਕਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਸਿੱਧ ਕਹਿੰਦੇ ਆ ਮਹਾਰਾਜ। ਸ਼ਾਸਤਰਾਂ ਵਿੱਚ ਤਾਂ ਮੰਨਿਆ ਗਿਆ ਹੈ ਕਿ ਜਿਹੜਾ ਹੈ ਧਵਲਾ ਬਲਦ ਉਹਨੇ ਧਰਤੀ ਨੂੰ ਚੱਕਿਆ ਹੋਇਆ ਹੈ, ਤੇ ਧਰਤੀ ਜਿਹੜੀ ਹੈ ਉਹ ਧਵਲੇ ਬਲਦ ਦੇ ਆਸਰੇ ਤੇ ਟਿਕੀ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸਿੱਧੋ ਜੇ ਤੁਹਾਡੇ ਸ਼ਾਸਤਰਾਂ ਵਿੱਚ ਲਿਖਿਆ ਵਾ ਕਿ ਧਰਤੀ ਜਿਹੜੀ ਹੈ ਉਹ ਧਵਲੇ ਬਲਦ ਨੇ ਚੱਕੀ ਹੋਈ ਹੈ, ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਧਵਲਾ ਬਲਦ ਕਿਹੜੇ ਆਸਰੇ ਤੇ ਖੜਾ। ਫਿਰ ਸਿੱਧਾ ਨੂੰ ਇੱਕ ਹੋਰ ਧਰਤੀ ਬਣਾਉਣੀ ਪਈ। ਕਹਿੰਦੇ ਮਹਾਰਾਜ ਥੱਲੇ ਉਹਦੇ ਹੋਰ ਧਰਤੀ ਆ, ਤੇ ਮਹਾਰਾਜ ਕਹਿੰਦੇ ਉਹ ਧਰਤੀ ਕਿਹਦੇ ਆਸਰੇ ਤੇ ਖੜੀ ਹੈ। ਕਹਿੰਦੇ ਜੀ ਥੱਲੇ ਉਹਦੇ ਵੀ ਧਵਲਾ ਬਲਦ ਵਾ। ਉਹ ਜਿੱਦਾਂ ਇਹਨਾਂ ਨੇ ਧਾਰਨਾ ਬਣਾਈ ਹੈ ਨਾ, ਹੁਣ ਤਾਂ ਚਲੋ ਕੋਈ ਗੱਲਾਂ ਸਾਇੰਸ ਨੇ ਸਿੱਧ ਕੀਤੀਆਂ ਹਨ। ਮਹਾਰਾਜ ਦੀ ਬਾਣੀ ਤਾਂ ਬਹੁਤ ਜ਼ਿਆਦਾ ਸਾਇੰਸ ਦੀ ਪਕੜ ਤੋਂ ਪਰਾਂ ਹੈ। ਤੇ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਜਿਵੇਂ ਇੱਕ ਸਿੰਘ ਤੋਂ ਦੂਸਰੇ ਸਿੰਘ ਤੇ ਜਦੋਂ ਆਖੇ ਥੱਕ ਜਾਂਦਾ ਨਾ ਬਲਦ, ਤੇ ਉਹ ਆਪਣਾ ਚੇਂਜ ਕਰਦਾ ਜਦੋਂ ਸਿੰਘ ਉਦੋਂ ਭੁਚਾਲ ਆਉਂਦਾ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਸੀ ਨਾ ਧਾਰਨਾ ਉਹ ਬਣਾਈਆਂ ਹੋਈਆਂ ਸੀਗੀਆਂ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਥੱਲੇ ਕੀ ਆ, ਉਦੋਂ ਥੱਲੇ ਕੀ ਆ, ਉਹਨਾਂ ਨੇ ਕਿੰਨੇ ਕੁ ਧਵਲੇ ਬਲਦ ਬਣਾਉਂਦੇ, ਕਿੰਨੀਆਂ ਕੁ ਧਰਤੀਆਂ ਬਣਾਉਂਦੇ, ਥੱਕ ਜਾਣਾ ਸੀ ਨਾ ਅਕਸਰ ਉਹਨਾਂ ਨੇ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਹੀ ਕਹਿੰਦੇ ਮਹਾਰਾਜ ਕਿਰਪਾ ਕਰਕੇ ਤੁਸੀਂ ਦੱਸੋ ਵੀ ਧਰਤੀ ਕਿਹੜੇ ਆਸਰੇ ਤੇ ਖੜੀ ਹੈ। ਫਿਰ ਸਤਿਗੁਰੂ ਜੀ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਮਹਾਰਾਜ ਕਹਿੰਦੇ ਜਿਹੜਾ ਧਵਲਾ ਬਲਦ ਹੈ ਨਾ ਉਹ ਸਿੱਧੋ ਕੋਈ ਹੋਰ ਨਹੀਂ, ਧਵਲਾ ਬਲਦ ਜਿਹੜਾ ਨਾ ਉਹ ਧਰਮ ਰੂਪੀ ਧਵਲਾ ਬਲਦ ਵਾ। ਇਹ ਕੋਈ ਇਹੋ ਜਿਹਾ ਜਿਵੇਂ ਆ ਬਲਦ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਦਾ ਬਲਦ ਨਹੀਂ ਹੈ। ਧਰਤੀ ਧਰਮ ਦੇ ਆਸਰੇ ਤੇ ਖੜੀ ਹੈ। ਜਦੋਂ ਧਰਤੀ ਤੋਂ ਧਰਮ ਨਸ਼ਟ ਹੋ ਰਿਹਾ ਸੀਗਾ ਤੇ ਸਾਡੇ ਗ੍ਰੰਥਾਂ 'ਚ ਗਵਾਹੀ ਦਿੱਤੀ ਹੈ ਨਾ, ਭਾਈ ਗੁਰਦਾਸ ਸਾਹਿਬ ਨੇ ਗਵਾਹੀ ਦਿੱਤੀ ਹੈ ਕਿ ਧਰਤੀ ਨੇ ਫਿਰ ਨਿਰੰਕਾਰ ਦੇ ਅੱਗੇ ਪੁਕਾਰ ਕੀਤੀ ਸੀ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਇਸ ਤਰ੍ਹਾਂ ਧਰਤੀ ਨੇ ਫਿਰ ਪੁਕਾਰ ਕੀਤੀ ਸੀ ਨਿਰੰਕਾਰ ਦੇ ਅੱਗੇ, ਵਾਹਿਗੁਰੂ ਦੇ ਅੱਗੇ। ਤੇ ਧਰਤੀ ਦਾ ਭਾਰ ਨਾਸ਼ ਕਰਨ ਲਈ ਪਾਪਾਂ ਦਾ, ਉਹਦੇ ਉੱਤੇ ਜਿਹੜਾ ਧਰਮ ਸਥਾਪਿਤ ਕਰਨ ਲਈ ਆਪ ਨਿਰੰਕਾਰ ਵਾਹਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਹੋ ਕਰਕੇ ਫਿਰ ਆਉਣਾ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਕੋਈ ਹੋਰ ਨਹੀਂ ਜਿਹੜਾ ਨਾ ਉਹ ਧਰਮ ਰੂਪੀ ਧਵਲਾ ਬਲਦ ਵੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਧਰਮ ਦੇ ਆਸਰੇ ਤੇ ਧਰਤੀ ਟਿਕੀ ਹੋਈ ਹੈ, ਤੇ ਜਿਹੜਾ ਧਰਮ ਹੈ ਉਹ ਮਹਾਰਾਜ ਕਹਿੰਦੇ ਭਾਈ ਦਇਆ ਦਾ ਸਪੁੱਤਰ ਵੈ। ਦਇਆ ਤੋਂ ਜਿਹੜਾ ਨਾ ਉਹ ਧਰਮ ਪੈਦਾ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਦਇਆ ਤੋਂ ਬਿਨਾਂ ਧਰਮ ਦੀ ਸਥਿਤੀ ਨਹੀਂ ਹੋ ਸਕਦੀ। ਸੰਤੋਖ ਥਾਪ ਰੱਖਿਆ ਜਨ ਸੂਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੰਤੋਖ ਜੀਆਂ ਦੇ ਅੰਦਰ ਅਸਥਿਤ ਕਰਕੇ ਜਿਸ ਵਾਹਿਗੁਰੂ ਨੇ ਇੱਕ ਸੂਤਰ ਦੇ ਅੰਦਰ ਜਿਹੜਾ ਹੈ ਉਹ ਪਰੋ ਕਰਕੇ ਰੱਖਿਆ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਬੁੱਝੈ ਹੋਵੈ ਸਚਿਆਰ। ਜਿਹੜਾ ਕੋਈ ਇੰਨੀ ਗੱਲ ਨੂੰ ਬੁੱਝ ਲਵੇ ਨਾ, ਸਮਝ ਲਵੇ, ਤੇ ਉਹ ਸਚਾਈ ਵਾਲਾ ਬਣਨਾ ਚਾਹੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜਿਹੜਾ ਇਸ ਭੇਦ ਨੂੰ ਬੁੱਝਦਾ ਨਾ, ਕਿਹੜਾ ਭੇਦ ਹੈ, ਧਵਲਾ ਉੱਪਰ ਕੇਤਾ ਭਾਰ, ਤੇ ਉਸ ਧੌਲੇ ਬਲਦ ਨੇ ਜਿਹੜੀ ਧਰਤੀ ਚੁੱਕੀ ਹੋਈ ਹੈ ਉਹਦੇ ਉੱਤੇ ਕਿੰਨਾ ਕੁ ਭਾਰ ਹੈ। ਉਹ ਤਾਂ ਅਣਗਿਣਤੀ ਭਾਰ ਹੈ ਨਾ। ਹੁਣ ਇੰਨਾ ਤਾਂ ਧਵਲੇ ਬਲਦ ਕੋਲੋਂ ਥੋੜਾ ਚੁੱਕਿਆ ਜਾ ਸਕਦਾ। ਇਸ ਧਰਤੀ ਦੇ ਉੱਤੇ ਇੰਨੇ ਜੀਵ ਜੰਤ ਤੁਰੇ ਫਿਰਦੇ ਆ, ਤੇ ਪਰ ਧਰਤੀ ਨੂੰ ਉਹਨਾਂ ਦਾ ਭਾਰ ਨਹੀਂ ਵਿਆਪਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਧਰਤੀ ਨੂੰ ਪਾਪਾਂ ਦਾ ਭਾਰ ਵਿਆਪਦਾ ਹੈ। ਜਿਹੜਾ ਨਾ ਇਹ ਸਮਝਣਾ ਕਿ ਧਰਮ ਦੀ ਉਤਪਤੀ ਕੇਵਲ ਤੇ ਕੇਵਲ ਦਇਆ ਤੋਂ ਹੁੰਦੀ ਹੈ।
सच्चे पातशाह जी महाराज कहते दया रूपी गऊ जान लो ते धर्म रूपी जिहड़ा बलद है ना ओदी दया रूपी गऊ तो उत्पत्ति है। जिथे दया है उत्थे धर्म कायम रहिंदा है, जिथे दया तरस नहीं वो बंदा चंडाल कसाई बन जाता है। सतगुरु जी कहते भाई धर्म रूपी धवले बलद दे आसरे ते धरती खड़ी है जिहड़ा दया दा पुत्र है। ते सच्चे पातशाह जी नूं फिर सिद्ध कहते कि महाराज बलद नूं तां आपां चारा भी पाउने आ ते धर्म रूपी बलद नूं किहड़ा चारा पाउंदे आ। तो सतगुरु जी ये सुन करके कहते आ संतोख थाप जिहड़ा संतोख है ना महाराज कहते भाई इहदे नाल धर्म रूपी जिहड़ा धवला बलद है ना ये संतोख दा चारा चरदा है। सतगुरु पातशाह जी महाराज कहते संतोख दे नाल धर्म जिहड़ा ना वो अस्थित रहिंदा है। ते जिस दया दे पुत्र धर्म ने संतोख द्वारा सारी दुनिया नूं एक मर्यादा दे अंदर थाप के अस्थित करके रखिया होया है। सच्चे पातशाह जी महाराज कहते ये संतोख दे नाल अस्थिति पाउंदा है। संतोख दे के सच्चे पातशाह महाराज ने जिदा कहा कि बिना संतोख नहीं कोई राजा, ये संतोख दे के सारियां इंद्रियां नूं सुखी कीता होया है। तो सच्चे पातशाह जी महाराज कहते ने जिस परमेश्वर ने संतोख नूं अस्थित करके जिहड़ा है थाप करके एक सूत्र दे अंदर महाराज कहते सारियां नूं परोया होया है। इस प्रकार ये धर्म रूपी धवला बलद सतगुरु पातशाह जी महाराज ने आख्या जिहड़ी इन्हां दी धारना सी उहनूं सच्चे पातशाह जी महाराज ने इत्थे कट दिता। गरीब नवाज सच्चे पातशाह जी महाराज कहते हैं कि संतोख नूं अस्थित करके थाप करके जिहड़ा है वो सारियां नूं एक सूत्र दे अंदर वाहिगुरू जी ने परोया होया। जे को बुझै होवै सचियार, जिहड़ा कोई इस विचार नूं महाराज कहते बुझ लैंदा है वो सचियार परमेश्वर दा रूप हो जाता है, वो सचियार बन जाता है। सच्चे पातशाह जी महाराज कहते इहो जी दात भाई जिहड़ी है सचियार होण दी ਉਹਨੂੰ ਪ੍ਰਾਪਤ ਹੁੰਦੀ ਹੈ। ਤੇ ਉਹ ਸਤਿਗੁਰੂ ਜੀ ਨੇ ਫਿਰ ਇਹ ਪੰਕਤੀਆਂ ਦੇ ਅਰਥ ਅਨਵੇਂ ਕਰਕੇ ਹੁੰਦੇ ਆ, ਮੈਂ ਸਿੱਧੇ ਕੀਤੇ ਆ ਕਿਉਂਕਿ ਆਪਾਂ ਨੂੰ ਸੁਖੈਨ ਸਮਝ ਪੈ ਜਾਣ। ਧਵਲਾ ਉੱਪਰ ਕੇਤਾ ਭਾਰ, ਪ੍ਰਸ਼ਨ ਸੀਗਾ ਕਿ ਧਰਤੀ ਜਿਹੜਾ ਉਹ ਧਵਲੇ ਬਲਦ ਦੇ ਉੱਪਰ ਧਰਤੀ ਦੇ ਉੱਪਰ ਕਿੰਨਾ ਕੁ ਭਾਰ ਚੱਕਿਆ ਹੋਇਆ ਹੈ, ਕਿਉਂਕਿ ਧਰਤੀ ਹੋਰ ਪਰੈ ਹੋਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਥੇ ਇੱਕ ਧਰਤੀ ਥੋੜੀ ਆ, ਕਿੰਨੀਆਂ ਹੀ ਧਰਤੀਆਂ ਨੇ, ਧਰਤੀਆਂ ਤੋਂ ਪਰੇ ਹੋਰ ਕਿੰਨੀਆਂ ਧਰਤੀਆਂ ਨੇ। ਤਿਸ ਤੇ ਭਾਰ ਤਲੈ ਕਵਣ ਜੋਰ, ਤੇ ਉਸ ਦੇ ਉਹਨਾਂ ਧਰਤੀਆਂ ਦੇ ਥੱਲੇ ਜਿਹੜਾ ਭਾਰ ਇਹਨਾਂ ਧਰਤੀਆਂ ਦਾ ਉਹਦੇ ਥੱਲੇ ਕਿਹਦਾ ਜ਼ੋਰ ਹੈ। ਫਿਰ ਮਹਾਰਾਜ ਕਿਹਾ ਜੀ ਜਾਤ ਰੰਗਾ ਕੇ ਨਾਮ, ਸਾਰੇ ਉੱਥੇ ਜੀਵ ਨੇ ਕਿੰਨੀਆਂ ਜਾਤੀਆਂ ਦੇ ਕਿੰਨਾ ਹੀ ਰੰਗਾਂ ਦੇ ਉਹਨਾਂ ਦੇ ਨਾਮ ਕਿੰਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਧਵਲਾ ਬਲਦ ਜਿਹੜਾ ਨਾ ਧਰਮ ਰੂਪੀ ਧਵਲਾ ਬਲਦ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹਨੇ ਸਾਰੇ ਧਰਮ ਨੇ ਸਾਰੀ ਧਰਤੀ ਨੂੰ ਸਾਰੇ ਬ੍ਰਹਿਮੰਡ ਨੂੰ ਵਾਹਿਗੁਰੂ ਜੀ ਨੇ ਧਰਮ ਸਥਾਪਿਤ ਕਰਕੇ ਨਾ ਇੱਕ ਸੂਤਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਬੰਨਿਆ ਹੋਇਆ ਹੈ, ਪਰਮੇਸ਼ਰ ਨੇ ਸਥਾਪਿਤ ਕੀਤਾ ਹੋਇਆ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜਿੰਨੇ ਵੀ ਜੀਵ ਜੰਤੂ ਹੈ ਉਹਨਾਂ ਦਾ ਭਾਰ ਧਰਤੀ ਨੂੰ ਨਹੀਂ ਵਿਆਪਦਾ, ਧਰਤੀ ਨੂੰ ਭਾਰ ਵਿਆਪਦਾ ਪਾਪਾਂ ਦਾ। ਤੇ ਫਿਰ ਜਿਹੜੇ ਜੀਵ ਜੰਤੂ ਹੈ ਇੰਨੇ ਅਨੇਕਾਂ ਹੀ ਸਭਨਾ ਲਿਖਿਆ ਵੁੜੀ ਕਲਾਮ, ਸਾਰਿਆਂ ਦੇ ਮਸਤਕ ਦੇ ਉੱਤੇ ਇਹੋ ਜੀ ਕਲਮ ਚੱਲੀ ਹੈ ਕਿ ਸਾਰਿਆਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਜੀ ਨੇ ਆਪਣਾ ਹੁਕਮ ਰੂਪੀ ਲੇਖ ਜਿਹੜਾ ਹੈ ਨਾ ਉਹ ਲਿਖਣਾ ਕੀਤਾ ਹੈ। ਲੇਖ ਜਿਹੜਾ ਹੈ ਪਰਮੇਸ਼ਰ ਨੇ ਪਾਉਣਾ ਕੀਤਾ ਹੈ। ਜਿਹੜੇ ਜੀਵ ਹਨ ਨਾ ਉਹਨਾਂ ਦੀ ਗਿਣਤੀ ਨਹੀਂ ਜੀਵ ਕਰ ਸਕਦਾ। ਕੌਣ ਜਾਣਦਾ ਕੀੜੀਆਂ ਕਿੰਨੀਆਂ, ਕੌਣ ਜਾਣਦਾ ਸਾਰਕਾਂ ਕਿੰਨੀਆਂ, ਗਟਾਰਾਂ ਕਿੰਨੀਆਂ, ਕਾਂ ਕਿੰਨੇ ਆ। ਤੇ ਉਹਨਾਂ ਸਾਰਿਆਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਜੀ ਦੀ ਹੁਕਮ ਰੂਪੀ ਜਿਹੜੀ ਕਲਮ ਹੈ ਨਾ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਚੱਲੀ ਹੋਈ ਹੈ। ਤੇ ਸਾਰਿਆਂ ਜੀਆਂ ਜਨਤਾਂ ਦੇ ਉੱਤੇ ਮੱਥੇ ਦੇ ਉੱਤੇ ਵਾਹਿਗੁਰੂ ਜੀ ਨੇ ਜਿਹੜੇ ਆ ਉਹ ਲੇਖ ਪਾਏ ਹੋਏ ਆ। ਕਿੰਨਾ ਚਿਰ ਜੀਵੇਗਾ, ਕਿੰਨੀ ਵਡਿਆਈ ਹੋਊਗੀ, ਕਿੰਨੀ ਲਹਾਈ ਹੋਊਗੀ, ਕਦੋਂ ਇਹਨੇ ਮਰਨਾ ਹੈ, ਉਹ ਸਾਰਾ ਹੁਕਮ ਰੂਪੀ ਕਲਮ ਦੇ ਨਾਲ ਲਿਖਿਆ ਹੋਇਆ ਹੈ। ਇਹੋ ਲੇਖਾ ਲਿਖ ਜਾਣਾ ਕੋਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਲੇਖਾ ਹੈ ਵਾਹਿਗੁਰੂ ਦਾ ਲਿਖਿਆ ਹੋਇਆ, ਇਹਨੂੰ ਉਹ ਸਿੱਧ ਕਹਿੰਦੇ ਕੋਈ ਜਾਣ ਵੀ ਸਕਦਾ। ਮਹਾਰਾਜ ਕਹਿੰਦੇ ਭਾਈ ਕੋਈ ਨਹੀਂ ਜਾਣ ਸਕਦਾ, ਕਿਉਂਕਿ ਇਹ ਜਿਹੜਾ ਲੇਖਾ ਹੈ ਨਾ ਇਹਨੂੰ ਮਹਾਰਾਜ ਕਹਿੰਦੇ ਵਾਹਿਗੁਰੂ ਤੋਂ ਬਿਨਾਂ ਜਿਹੜਾ ਹੈ ਨਾ ਉਹ ਨਹੀਂ ਜਾਣਿਆ ਜਾ ਸਕਦਾ।
कोई इस हिसाब किताब नूं लिख के सच्चे पातशाह जी महाराज कहंदे भाई जिहड़ा है वो नहीं जान सकदा, नहीं दस सकदा, क्योंकि लेखा लिखिया केता होए। लेखा लिखण दे नाल किड्डा क वड्डा हो जाऊगा, वो तां जिहड़ा है लिखिया जा ही नहीं सकदा। किन्ने जीआं दा हिसाब किताब ये तां महाराज कहंदे भाई वाहिगुरू जी आप ही जिहड़ा है ना वो जाणदे आ इस पसारे नूं, इस लेखे नूं, इस हिसाब किताब नूं कि ये जिहड़ा संसार है जीआं दा आउणा जाणा, ये सच्चे पातशाह जी महाराज कहंदे जे कोई लेखा लिखण लग पवे तो ਉਹਦਾ ਕਿੱਡਾ ਵੱਡਾ ਹੋ ਜੂ, ਅੰਤ ਨਹੀਂ ਆਊਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਕੇਤਾ ਤਾਣ ਸਵਾਲਿਓ ਰੂਪ, ਉਹਦਾ ਕਿੱਡਾ ਕੁ ਤਾਣ ਬਲ ਹੈ, ਉਹਦੇ ਸਵਰੂਪ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਸੰਪੂਰਨ ਤੌਰ ਤੇ ਸਲਾਹ ਨਹੀਂ ਸਕਦਾ, ਜਿਹੜਾ ਉਹਦੀ ਸਿਫਤ ਵਡਿਆਈ ਸਮੱਗਰ ਨਹੀਂ ਕਰ ਸਕਦਾ। ਕੀਤੀ ਦਾਤ ਜਾਣੈ ਕੌਣ ਕੂਤ, ਕਿੰਨਾ ਕੁ ਜਿਹੜਾ ਕੂਤ ਸਿਆਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਪਰਮੇਸ਼ਰ ਦੀਆਂ ਦਾਤਾਂ ਨੂੰ ਨਹੀਂ ਗਿਣ ਸਕਦਾ, ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਉਹ ਵੀ ਗਿਣੀਆਂ ਨਹੀਂ ਜਾ ਸਕਦੀਆਂ। ਸਗੋਂ ਮਹਾਰਾਜ ਜੀ ਨੇ ਆਖਿਆ ਕੀਤਾ ਪਸਾਓ ਏਕੋ ਕਵਾਓ, ਇੱਕ ਸ਼ਬਦ ਕਹਿਣ ਨਾਲ ਏਕ ਕਵਾਵੈ ਤੇ ਸਭ ਹੋਵਾ। ਇੱਕ ਸ਼ਬਦ ਕਹਿਣ ਦੇ ਨਾਲ ਵਾਹਿਗੁਰੂ ਜੀ ਨੇ ਸਾਰੇ ਸੰਸਾਰ ਦੀ ਉਤਪਤੀ ਕੀਤੀ ਹੈ। ਤਿਸ ਤੇ ਹੋਏ ਲੱਖ ਦਰਿਆਓ, ਉਸ ਵਾਹਿਗੁਰੂ ਜੀ ਤੋਂ ਲੱਖਾਂ ਹੀ ਦਰਿਆ ਜਿਹੜੇ ਆ, ਇਹ ਸਮੁੰਦਰ, ਇਹ ਰਚਨਾ, ਜੀਵ ਜੰਤੂ ਇੱਕ ਓੰਕਾਰ ਕਹਿਣ ਨਾਲ ਹੀ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਰੀ ਰਚਨਾ ਲੱਖਾਂ ਹੀ ਦਰਿਆ ਜਿਹੜੇ ਆ ਬਣੇ ਆ। ਜਿਹੜੇ ਆ ਕੋਈ ਕਹਿੰਦੇ ਆ ਜੀਵ ਜੀਵ ਤੋਂ ਹੈ ਤੇ ਪਸ਼ੂ ਪਸ਼ੂ ਤੋਂ ਹੈ, ਹੋਰ ਕੋਈ ਕਰਤਾ ਹੈ ਹੋ ਨਹੀਂ ਸਕਦਾ। ਇਸ ਤਰ੍ਹਾਂ ਜਿਹੜੇ ਆਪੋ ਆਪਣੇ ਵਿਚਾਰ ਦਿੰਦੇ ਆ, ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿੱਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਆਗਿਆ ਹੈ ਕਿ ਭਾਈ ਇੱਕ ਓੰਕਾਰ ਤੋਂ ਹੀ ਸਾਰਾ ਇਹ ਪਸਾਰਾ ਜਿਹੜਾ ਹੈ ਫੈਲਿਆ ਹੈ। ਕੁਦਰਤ ਕਵਣ ਕਹਾ ਵਿਚਾਰ, ਮਹਾਰਾਜ ਕਹਿੰਦੇ ਭਾਈ ਉਹਦੀ ਕੁਦਰਤ ਸ਼ਕਤੀ ਦਾ ਜਿਹੜਾ ਹੈ ਉਹ ਕਿਹੜਾ ਹੈ ਜਿਹੜਾ ਵਿਚਾਰ ਕਰਕੇ ਆਪਾਂ ਦੱਸ ਸਕੀਏ। ਵਾਰਿਆ ਨਾ ਜਾਵਾ ਏਕ ਵਾਰ, ਮਹਾਰਾਜ ਕਹਿੰਦੇ ਭਾਈ ਇੱਕ ਵਾਰ ਨਹੀਂ, ਅਸੀਂ ਤਾਂ ਵਾਹਿਗੁਰੂ ਤੋਂ ਬਲਹਾਰ ਕੁਰਬਾਨ ਜਾਂਦੇ ਆ। ਇੱਕ ਵਾਰ ਨਹੀਂ ਲੱਖਾਂ ਵਾਰ ਮਹਾਰਾਜ ਕਹਿੰਦੇ ਭਾਈ ਬਲਹਾਰ ਕੁਰਬਾਨ ਜਾਂਦੇ ਆ। ਜੋ ਤੁਧ ਭਾਵੈ ਸਾਈ ਭਲੀ ਕਾਰ, ਇਹ ਬੇਨਤੀ ਕਰੀਏ ਕਿ ਸਿੱਧੋ ਵਾਹਿਗੁਰੂ ਜੀ ਜੋ ਤੁਹਾਨੂੰ ਪਾਉਂਦਾ ਹੈ ਉਹ ਕਾਰ ਭਲੀ ਹੈ, ਉਹ ਚੰਗੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਪਰਮੇਸ਼ਰ ਤੂੰ ਸਦਾ ਹੀ ਸਲਾਮਤ ਰਹਿਣ ਵਾਲਾ ਹੈ, ਸਦਾ ਅਸਥਿਤ ਰਹਿਣ ਵਾਲਾ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਦੀ ਸਿਫਤ ਕਰੀਏ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਧਿਆਸਣ ਦੀ ਪੌੜੀ ਸਤਿਗੁਰੂ ਜੀ ਨੇ ਕਥਨ ਕੀਤੀ ਹੈ। ਇੱਕ ਵਾਰ ਆਪਾਂ ਫਿਰ ਅੱਖਰੀ ਅਰਥ, ਕਿਉਂਕਿ ਸਾਨੂੰ ਸਮਝ ਲੱਗ ਜਾਵੇ, ਤੇ ਆਪਾਂ ਇੱਕ ਵਾਰੀ ਅੱਖਰੀ ਅਰਥ ਜਿਹੜੇ ਆ ਫਿਰ ਵਿਚਾਰਦੇ ਹੋਏ ਜਿਹੜੇ ਆ ਅੱਗੇ ਵਧਾਂਗੇ। ਤੇ ਸੰਖੇਪ ਰੂਪ 'ਚ ਹੀ ਬੇਨਤੀ ਕਰੂੰਗਾ, ਫਿਰ ਆਪਾਂ ਸਮਾਪਤੀ ਕਰ ਦਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੇ ਨਾਮ ਦੀ ਕਮਾਈ ਕਰਦੇ ਆ ਉਹਨਾਂ ਨੂੰ ਪੰਜ ਸ੍ਰੇਸ਼ਟ ਜਨ ਕਿਹਾ ਹੈ। ਤੇ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਜ਼ਿੰਦਗੀ ਪ੍ਰਵਾਨ ਚੜ ਜਾਂਦੀ ਹੈ ਜਿਹੜੇ ਨਾਮ ਦੀ ਕਮਾਈ ਕਰਦੇ ਆ। ਉਹੋ ਹੀ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਮੁਖੀ ਹੁੰਦੇ ਆ, ਉਹੋ ਹੀ ਵਾਹਿਗੁਰੂ ਦੀ ਦਰਗਾਹ 'ਚ ਮਾਣ ਪਾਉਂਦੇ ਆ। ਉਹ ਉਹਨਾਂ ਦੀ ਸੋਭਾ ਰਾਜਿਆਂ ਵਰਗੀ ਮਹਾਰਾਜ ਕਹਿੰਦੇ ਹੁੰਦੀ ਹੈ। ਉਹਨਾਂ ਦੀ ਨਿਸ਼ਾਨੀ ਕੀ ਹੈ ਕਿ ਇੱਕ ਵਾਹਿਗੁਰੂ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਸਦਾ ਲਈ ਧਿਆਨ ਜਿਹੜਾ ਨਾ ਉਹ ਜੁੜਿਆ ਰਹਿੰਦਾ ਹੈ। ਇੱਕ ਵਾਹਿਗੁਰੂ ਵਿੱਚ ਸਦਾ ਇਕਾਗਰਤਾ ਸਤਿਗੁਰੂ ਜੀ ਕਹਿੰਦੇ ਭਾਈ ਉਹ ਪਾਉਂਦੇ ਆ ਜਿਹੜੇ ਪੰਜ ਸ੍ਰੇਸ਼ਟ ਜਨ ਹੁੰਦੇ ਆ। ਤੇ ਇਹ ਤਾਂ ਰਿਹਾ ਕਾਦਰ ਦੀ ਪ੍ਰਾਪਤੀ ਦਾ ਵਿਸ਼ੇ। ਵਾਹਿਗੁਰੂ ਜੀ ਦੀ ਜਿਹੜੇ ਨਾਮ ਦੀ ਕਮਾਈ ਕਰਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਵਿਚਾਰ ਕਰੇ ਨਾ ਕਰਤੇ ਦੇ ਕਰਤੱਬਾਂ ਦਾ, ਉਹਦੇ ਕੋਲੋਂ ਹਿਸਾਬ ਨਹੀਂ ਹੋ ਸਕੇਗਾ। ਕੁਦਰਤ ਨਹੀਂ ਜਾਣ ਸਕੇਗਾ ਉਹਦੀ ਕਾਦਰ ਦੀ ਕੁਦਰਤ ਨੂੰ। ਹਿਸਾਬ ਦੱਸਣ ਵਾਲੇ ਕਹਿੰਦੇ ਹਨ ਕਿ ਇਹ ਧਰਤੀ ਦੇ ਹੇਠਾਂ ਬਲਦ ਹੈ, ਕੋਈ ਕਹਿੰਦਾ ਸ਼ੇਸ਼ਨਾਗ ਹੈ, ਕੋਈ ਕਹਿੰਦਾ ਕੱਛੂ ਹੈ, ਕੋਈ ਕਹਿੰਦਾ ਸੂਰ ਹੈ, ਇੱਦਾਂ ਦੱਸਦੇ ਆ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਹੇਠਾਂ ਜਿਹੜਾ ਨਾ ਹੱਡ ਚੰਮ ਜਾਂ ਮਿੱਟੀ ਪੱਥਰ ਦਾ ਕੋਈ ਬੌਲਦ ਨਹੀਂ ਹੈਗਾ। ਰਚਨਾ ਨੂੰ ਕਾਇਮ ਰੱਖਣ ਵਾਲਾ ਜਿਹੜਾ ਬਲਦ ਹੈ ਨਾ ਉਹ ਧਰਮ ਹੈ।
ਕਰਤਾਰ ਨੇ ਇਹ ਕਾਨੂੰਨ ਬੱਧਾ ਹੈ, ਨੇਮ ਵਾਹਿਗੁਰੂ ਨੇ ਬੰਨਿਆ ਹੈ। ਦਇਆ ਤੋਂ ਉਪਜਿਆ ਧਰਮ, ਜਿਸ ਧਰਮ ਨੇ ਹਰੇਕ ਪਦਾਰਥ ਨੂੰ ਨਿਯਮਾਂ ਵਿੱਚ ਬੱਝੇ ਰਹਿਣ ਦਾ ਸੰਤੋਖ ਵੀ ਧਰਮ ਨੇ ਦਿੱਤਾ ਹੈ, ਕਿਉਂਕਿ ਧਰਮ ਦੇ ਜਗਤ ਵਿੱਚ ਹੀ ਜੀਵ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਹੋ ਜਿਹਾ ਵਾਹਿਗੁਰੂ ਨੇ ਪ੍ਰਬੰਧ ਜਿਹੜਾ ਸਥਾਪਨ ਕੀਤਾ ਹੈ, ਜਿਹੜਾ ਧਰਮ ਸਾਰੀ ਧਰਤੀ ਨੂੰ ਥੰਮਿਆ ਹੋਇਆ ਨਾ, ਉਹ ਸੰਤੋਖ ਦੇ ਕਰਕੇ ਇੱਕ ਸੂਤਰ ਵਿੱਚ ਮਹਾਰਾਜ ਕਹਿੰਦੇ ਭਾਈ ਪਰੋਇਆ ਹੋਇਆ। ਜੇ ਸੰਤੋਖ ਨਾ ਹੋਵੇ ਤੇ ਵੇਖ ਲਓ ਰਿਸ਼ਤੇ ਵੀ ਟੁੱਟ ਸਕਦੇ ਆ। ਇਹ ਧਰਤੀ ਦੇ ਉੱਤੇ ਸਮਾਜਿਕ ਕੋਈ ਰਿਸ਼ਤਾ ਨਹੀਂ ਰਹਿ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸੰਤੋਖ ਥਾਪ ਰੱਖਿਆ ਜਨਸੂਤ। ਇਹ ਸੰਸਾਰ ਵਾਹਿਗੁਰੂ ਨੇ ਇੱਕ ਸੂਤਰ 'ਚ ਪਰੋ ਕੇ ਰੱਖਿਆ, ਸੰਤੋਖ ਨੂੰ ਸਥਾਪਨ ਕਰਕੇ। ਜੇ ਵਿਸ਼ਿਆਂ ਤੋਂ ਹੀ ਸੰਤੋਖ ਨਾ ਰੱਖੇ ਤੇ ਸ਼ੈਤਾਨ ਬਣ ਜਾਏਗਾ। ਹਾਂਜੀ, ਫਿਰ ਧਰਮ ਉਹਦੇ ਕੋਲ ਕਿਵੇਂ ਰਹਿ ਸਕਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤੋਖ ਨੂੰ ਸਥਾਪਨ ਕਰਕੇ ਮਹਾਰਾਜ ਕਹਿੰਦੇ ਆ ਕਿ ਵਾਹਿਗੁਰੂ ਨੇ ਸਾਰਿਆਂ ਨੂੰ ਇੱਕ ਸੂਤਰ ਵਿੱਚ ਪਰੋ ਕਰਕੇ ਰੱਖਿਆ ਹੈ। ਜੇ ਕੋਈ ਐਉਂ ਬੁੱਝ ਲਵੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹ ਸਚਿਆਰ ਹੋ ਜਾਂਦਾ ਹੈ। ਜੇ ਕੋਈ ਬੁੱਝੈ ਹੋਵੇ ਸਚਿਆਰ। ਪਰ ਜੇ ਕੋਈ ਇਸ ਤਰ੍ਹਾਂ ਵਿਚਾਰ ਨਾ ਕਰੇ ਤਾਂ ਦੱਸੇ ਕਿ ਸਰੀਰ ਵਾਲੇ ਬਲਦ ਉੱਤੇ ਫਿਰ ਪੁੱਛੇ ਕਿੰਨਾ ਕੁ ਭਾਰ ਹੈ। ਮਹਾਰਾਜ ਸਾਹਿਬ ਨੂੰ ਤਰਕਾਂ ਕਰਦੇ ਜਦੋਂ ਪੁੱਛਦੇ, ਧਵਲਾ ਉੱਪਰ ਕੇਤਾ ਭਾਰ। ਭਾਵ ਕੋਈ ਬਲਦ ਧਰਤੀ ਦਾ ਭਾਰ ਨਹੀਂ ਸਹਿ ਸਕਦਾ, ਕਿਵੇਂ ਸਹਾਰ ਲੂਗਾ। ਫਿਰ ਉਹਦੇ ਥੱਲੇ ਜਿਹੜੀ ਆ ਹੋਰ ਧਰਤੀ, ਜਿਵੇਂ ਸਾਖੀ ਆਪਾਂ ਟੂਕ ਮਾਤਰ ਸੁਣੀ ਸੀ, ਮਹਾਰਾਜ ਨੇ ਪੁੱਛਿਆ ਸੀ ਤਾਂ ਬਲਦ ਦੇ ਥੱਲੇ ਕੌਣ ਹੈ, ਉਹ ਕਹਿੰਦੇ ਧਰਤੀ ਹੈ। ਫਿਰ ਮਹਾਰਾਜ ਕਹਿੰਦੇ ਧਰਤੀ ਹੋਰ ਪਰੈ ਹੋਰ ਤੁਹਾਨੂੰ ਹੋਰ ਧਰਤੀਆਂ ਜਿਹੜੀਆਂ ਬਣਾਉਣੀਆਂ ਪੈਣਗੀਆਂ। ਇਹ ਦੂਸਰੇ ਅਰਥ ਤੋਂ ਵੀ ਸਮਝ ਲੈਣਾ। ਪਰ ਸਤਿਗੁਰੂ ਜੀ ਨੇ ਇਹ ਵੀ ਕਿਹਾ ਕਿ ਧਰਤੀ ਤਾਂ ਬਹੁਤ ਜ਼ਿਆਦੀਆਂ ਧਰਤੀਆਂ ਨੇ ਤੇ ਇੰਨਾ ਭਾਰ ਜਿਹੜਾ ਉਹ ਉਹਨਾਂ ਨੂੰ ਇੰਨਾ ਧਰਤੀਆਂ ਨੇ, ਜਿਹੜੇ ਤਾਰੇ ਵੀ ਧਰਤੀਆਂ ਨੇ, ਇਹਨਾਂ ਸਾਰਿਆਂ ਨੂੰ ਧਵਲੇ ਬਲਦ ਨਹੀਂ ਚੱਕਿਆ ਹੋਇਆ। ਤੇ ਉਹ ਫਿਰ ਸਿੱਧਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਧਰਤੀ ਹੋਰ ਪਰੈ ਹੋਰ ਧਰਤੀਆਂ ਤੋਂ ਹੋਰ ਪਰਾਂ ਤੋਂ ਹੋਰ ਕਿੰਨੀਆਂ ਧਰਤੀਆਂ ਨੇ। ਤਿਸ ਤੇ ਭਾਰ ਤਲੈ ਕਵਣ ਜ਼ੋਰ। ਦੱਸੋ ਉਸ ਧਰਤੀ ਦੇ ਥੱਲੇ ਉਹ ਭਾਰ ਨੂੰ ਝੱਲਣ ਵਾਲਾ ਕਿਹਦਾ ਜ਼ੋਰ ਵਾ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਿੱਧ ਕੀਤਾ ਸਿੱਧੋ ਕਿ ਉਹ ਧਰਮ ਰੂਪੀ ਹੀ ਕੇਵਲ ਜਿਹੜਾ ਧਵਲਾ ਬਲਦ ਵਾ, ਧਰਮ ਹੀ ਆ ਜਿਹਦੇ ਕਰਕੇ ਸਾਰਾ ਕੁਝ ਟਿਕਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਆ, ਉਸਨੇ ਆਪਣੀ ਵੱਲੋਂ ਸ਼ੁਮਾਰ ਕਹਿ ਦਿੱਤਾ ਹੈ, ਜਿਸ ਦੀ ਭੁੱਲ ਉੱਪਰ ਦੱਸੀ ਗਈ ਹੈ। ਕਿ ਜਿਹੜੇ ਪੁੱਛਦੇ ਆ ਕਿ ਸਿੱਧ ਬਾਰ-ਬਾਰ ਮਹਾਰਾਜ ਨੂੰ ਪੁੱਛਦੇ ਆ, ਗੁਰੂ ਸਾਹਿਬ ਨੇ ਉਹਨਾਂ ਤੇ ਹੀ ਪ੍ਰਸ਼ਨ ਕਰਕੇ ਸਿੱਧ ਕੀਤਾ ਹੈ। ਤੇ ਫਿਰ ਮਹਾਰਾਜ ਕਿਹਾ ਕਿ ਵੇਖੋ, ਇਹ ਧਰਤੀ ਦੇ ਉੱਤੇ ਕਿੰਨੇ ਜੀਵ ਜੰਤੂ ਅਣਗਿਣਤੀ ਰਹਿੰਦੇ ਆ ਤੇ ਉਹਨਾਂ ਕਿੰਨੇ ਜੀ ਆ ਰਹੇ ਆ, ਕਿੰਨੇ ਮਰ ਕੇ ਜਾ ਰਹੇ ਆ ਤੇ ਇਹਨਾਂ ਦੀ ਕੋਈ ਗਿਣਤੀ ਨਹੀਂ। ਜੀ ਜਾਤ ਰੰਗਾ ਕੇ ਨਾਮ, ਇਹਨਾਂ ਜੀਆਂ ਦੀ ਜਾਤੀ, ਕਿੰਨੀਆਂ ਜਾਤੀਆਂ ਦੇ ਜੀਵ ਨੇ, ਕਿੰਨੀਆਂ ਜਿਹੜੀਆਂ ਕੀੜੀਆਂ, ਕਿੰਨੇ ਘੋੜੇ, ਕਿੰਨੇ ਖੋਤੇ, ਮੱਛੀਆਂ ਕਿੰਨੀਆਂ, ਤੇ ਅਨੇਕਾਂ ਹੀ ਜਾਤੀਆਂ ਨੇ ਜੀਵਾਂ ਦੀਆਂ, ਮਨੁੱਖਾਂ ਦੀਆਂ, ਜਾਨਵਰਾਂ ਦੀਆਂ। ਤੇ ਉਹ ਅਨੇਕਾਂ ਹੀ ਰੰਗ ਉਹਨਾਂ ਦੇ, ਜਿੱਦਾਂ ਮਹਾਰਾਜ ਨੇ ਅੱਗੇ ਉਹ ਕਹਿਣਾ ਨਾ, ਅਗਲੀਆਂ ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ ਜਿਨ ਉਪਾਈ, ਤੇ ਉਹਨਾਂ ਦੇ ਨਾਮ ਵੀ ਕਿੰਨੇ ਆ। ਇਸ ਕਰਕੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਵੇਖ ਲਓ ਵਾਹਿਗੁਰੂ ਦਾ ਸਿੱਧੋ ਇੱਕ ਇਹੋ ਜਿਹਾ ਜਿਹੜਾ ਹੈ ਦਫ਼ਤਰ ਵਾ, ਜਿਹੜਾ ਸਾਰਿਆਂ ਦੇ ਉੱਤੇ ਵਾਹਿਗੁਰੂ ਜੀ ਦਾ ਇੱਕੋ ਇੱਕ ਹੁਕਮ ਰੂਪੀ ਜਿਹੜੀ ਹੈ ਨਾ ਕਲਮ ਉਹ ਚੱਲ ਰਹੀ ਹੈ। ਤੇ ਹੋਰ ਕੋਈ ਇਸ ਲੇਖੇ ਨੂੰ ਮਹਾਰਾਜ ਕਹਿੰਦੇ ਜਾਣ ਨਹੀਂ ਸਕਦਾ। ਜੇ ਮਨੁੱਖਾਂ ਤੋਂ ਲੇਖਾ ਲਿਖਿਆ ਵੀ ਜਾਵੇ ਤਾਂ ਉਹ ਕਿੰਨਾ ਕੁ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਅਧੂਰਾ ਹੀ ਰਹਿ ਜਾਊਗਾ, ਲਿਖਿਆ ਨਹੀਂ ਜਾ ਸਕਦਾ। ਕਿਤਨਾ ਬਲ ਹੈ, ਕਿਤਨਾ ਸੋਹਣਾ ਰੂਪ ਹੈ, ਕਿੰਨੀ ਦਾਤ ਹੈ, ਕੌਣ ਇਸ ਦੀ ਬੇਅੰਤਤਾਈ ਦੀ ਗਿਣਤੀ ਮਿਣਤੀ ਕਰ ਹੀ ਨਹੀਂ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਤਾਂ ਉਹ ਸਰਬ ਸਮਰੱਥ ਆਪ ਹੀ ਜਾਣਦਾ ਹੈ, ਜਿਸਨੇ ਇੱਕ ਵਾਕ ਨਾਲ ਸਾਰਾ ਜਗਤ ਦਾ ਪਸਾਰਾ ਕਰ ਦਿੱਤਾ ਹੈ। ਹੋਰ ਨਹੀਂ ਕੋਈ ਜਾਣ ਸਕਦਾ। ਜਿੰਨੇ ਜੀਵ ਜੰਤੂ ਹੈ ਨਾ, ਸਾਰਿਆਂ ਦੇ ਮਸਤਕ ਦੇ ਉੱਤੇ ਜਿਹੜੀ ਹੁਕਮ ਰੂਪੀ ਕਲਮ ਚੱਲਦੀ ਹੈ। ਜੇ ਕੋਈ ਜੀਵ ਲਿਖਣ ਲੱਗ ਜੇ ਤਾਂ ਇਹੋ ਲੇਖਾ ਲਿਖ ਜਾਣਾ। ਕੋਈ ਸਿੱਧਾ ਨਹੀਂ ਕਿਹਾ ਮਹਾਰਾਜ ਕਿਸੇ ਨੇ ਲਿਖਿਆ ਨਹੀਂ ਹੋਣਾ, ਲਿਖ ਲੈਂਦੇ ਤੇ ਫਿਰ ਹੋ ਜਾਣਾ ਸੀ। ਮਹਾਰਾਜ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ ਕਿੱਡਾ ਕੁ ਵੱਡਾ ਹੋ ਜਾਊਗਾ, ਜਾਣਿਆ ਹੀ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ। ਕੀਤਾ ਤਾਣ ਸਵਾਲ ਇਹੋ ਰੂਪ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿੰਨਾ ਕੁ ਜਿਹੜਾ ਜੀਵ ਦੇ ਕੋਲ ਤਾਣ ਹੈ, ਬਲ ਹੈ, ਕਿ ਉਹ ਪਰਮੇਸ਼ਰ ਦੇ ਰਚਨਹਾਰ ਦੀ ਜਿਹੜੀ ਹੈ ਨਾ
ਇਹ ਰਚਨਾ ਨੂੰ ਹੀ ਸਵਾਲਿਓ ਉਹਦੀ ਸਿਫਤ ਕਰ ਸਕੇ। ਉਹਦਾ ਜਿਹੜਾ ਰੂਪ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਬਾਲੋ ਦਾ ਕਿਤਨਾ ਕੁ ਹੈ, ਪਰਮੇਸ਼ਰ ਦਾ ਤਾਂ ਕਹਿ ਨਹੀਂ ਸਕਦਾ। ਇਸ ਰਚਨਾ ਦਾ ਵੀ ਸੋਹਣਾ ਰੂਪ ਜਿਹੜਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਫਿਰ ਕੀਤੀ ਦਾਤ ਜਾਣੇ ਕੌਣ ਕੂਤ, ਕੌਣ ਆ ਜਿਹੜਾ ਗਿਣਤੀ ਮਿਣਤੀ ਕਰਕੇ ਕੂਤ ਜਿਹੜਾ ਸਿਆਣਾ ਹੈ, ਸਿਆਣਪ ਕਰਕੇ ਜਿਹੜਾ ਹੈ ਦੱਸ ਸਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਸਿੱਧਾ ਨੇ ਪੁੱਛਿਆ ਫਿਰ ਮਹਾਰਾਜ ਇਹ ਸਾਰੀ ਰਚਨਾ ਹੋਈ ਕਿਵੇਂ ਆ? ਤੇ ਮਹਾਰਾਜ ਨੇ ਕਿਹਾ ਕੀਤਾ ਪਸਾਓ ਏਕੋ ਕਵਾਓ, ਇੱਕ ਓੰਕਾਰ ਨਾਲ ਕਹਿਣ ਨਾਲ ਸਾਰੀ ਰਚਨਾ ਹੋਈ ਹੈ। ਵਾਹਿਗੁਰੂ ਜੀ ਨੇ ਸਾਰੀ ਇਹ ਜਿੰਨੀ ਸ੍ਰਿਸ਼ਟੀ ਹੈ, ਜਿੰਨੀ ਕਾਇਨਾਤ ਹੈ ਪੈਦਾ ਕੀਤੀ ਹੈ। ਤਿਸ ਤੇ ਹੋਏ ਲੱਖ ਦਰਿਆਓ, ਤਿਸ ਵਾਹਿਗੁਰੂ ਤੋਂ ਲੱਖਾਂ ਹੀ ਦਰਿਆ ਜਿਹੜੇ ਆ ਇਹ ਸਾਰੀ ਪਸਾਰਾ ਵਾਹਿਗੁਰੂ ਤੋਂ ਪੈਦਾ ਹੋਇਆ ਹੈ। ਵਾਹਿਗੁਰੂ ਨੇ ਆਪਣੇ ਆਪ ਤੋਂ ਸਾਰਾ ਜਗਤ ਪੈਦਾ ਕੀਤਾ ਹੈ। ਕੁਦਰਤ ਕਵਣ ਕਹਾ ਵਿਚਾਰ, ਉਹਦੀ ਕੁਦਰਤ ਜਿਹੜੀ ਸ਼ਕਤੀ ਹੈ ਨਾ ਕਾਦਰ ਦੀ, ਮਹਾਰਾਜ ਕਹਿੰਦੇ ਉਹਨੂੰ ਕਿਹੜੀ ਵਿਚਾਰ ਨਾਲ ਕਹਿ ਸਕੀਏ। ਭਾਵ ਉਹਦੀ ਕੁਦਰਤ ਸ਼ਕਤੀ ਨੂੰ ਕਿਹਾ ਨਹੀਂ ਜਾ ਸਕਦਾ। ਬਸ ਇਹ ਹੈ ਕਿ ਵਾਰਿਆ ਨਾ ਜਾਵਾ ਏਕ ਵਾਰ। ਸਤਿਗੁਰੂ ਜੀ ਕਹਿੰਦੇ ਉਹਦਾ ਇੱਕ ਵਾਰ ਵੀ ਜਿਹੜਾ ਨਾ ਵਰਣਨ ਨਹੀਂ ਕੀਤਾ ਜਾ ਸਕਦਾ। ਅਥਵਾ ਅਸੀਂ ਉਸ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ। ਤੇ ਇਹ ਵੀ ਅਰਥ ਸਮਝਣਾ ਕਿ ਇੱਕ ਵਾਲ ਜਿੰਨਾ ਭਾਵ ਇੱਕ ਥੋੜਾ ਜਿੰਨਾ ਵੀ ਸਤਿਗੁਰੂ ਜੀ ਕਹਿੰਦੇ ਭਾਈ ਉਹਦਾ ਬਲ, ਉਹਦਾ ਸਰੂਪ ਕਥਨ ਨਹੀਂ ਕੀਤਾ ਜਾ ਸਕਦਾ। ਨਹੀਂ ਦੱਸਿਆ ਜਾ ਸਕਦਾ ਕਿ ਉਹਦਾ ਜਿਹੜਾ ਹੈ ਰੂਪ, ਰੰਗ, ਚੇਨ, ਚੱਕਰ, ਜਾਤ ਪਾਤ ਕੀ ਹੈ। ਤੇ ਸਿੱਧਾ ਕਿਹਾ ਮਹਾਰਾਜ ਸਾਹਿਬ ਜੀ ਫਿਰ ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਰਜਾ 'ਚ ਚੱਲਦਿਆਂ ਆਖੋ ਜੋ ਤੁਧ ਭਾਵੈ ਸਾਈ ਭਲੀ ਕਾਰ। ਵਾਹਿਗੁਰੂ ਜੋ ਤੈਨੂੰ ਭਾਉਂਦਾ ਹੈ ਉਹ ਕਾਰ ਭਲੀ ਹੈ, ਉਹ ਚੰਗੀ ਹੈ। ਮਹਾਰਾਜ ਜੋ ਤੁਹਾਨੂੰ ਭਾਉਂਦਾ ਹੈ ਅਸੀਂ ਆਪਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਹੁਕਮ ਦੇ ਵਿੱਚ ਚੱਲੀਏ। ਇਹ ਮਹਾਰਾਜ ਸਾਨੂੰ ਕਿਰਪਾ ਕਰਕੇ ਆਪ ਦਾਤ ਬਖਸ਼ੋ, ਇਹ ਵਾਹਿਗੁਰੂ ਤੋਂ ਮੰਗੀਏ। ਤੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਨਿਹਾਲ ਕਰਦਾ, ਇਉਂ ਆਖੋ ਤੂੰ ਸਦਾ ਸਲਾਮਤ ਨਿਰੰਕਾਰ। ਇਹ ਵਾਹਿਗੁਰੂ ਤੂੰ ਸਦਾ ਹੀ ਰਹਿਣ ਵਾਲਾ ਹੈ, ਮਾਇਕੀ ਆਕਾਰਾਂ ਤੋਂ ਤੂੰ ਰਹਿਤ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਅੱਗੇ ਬੇਨਤੀ ਕਰੀਏ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੌੜੀ ਦਾ ਵਿਸਥਾਰ ਤਾਂ ਬਹੁਤ ਜ਼ਿਆਦਾ ਸੀਗਾ, ਪਰ ਆਪਾਂ ਸਮੇਂ ਵਿੱਚ ਰਹਿ ਕੇ ਜਿਹੜੀ ਹੈ ਉਹ ਸਮਾਪਤੀ ਕੀਤੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਗਰੀਬ ਨਵਾਜ ਸਤਿਗੁਰੂ ਜੀ ਨੇ ਨਾਮ ਜਪਣ ਵਾਲਿਆਂ ਦਾ, ਇਹਦੇ ਵਿੱਚ ਸਤਿਗੁਰਾਂ ਜੀ ਨੇ ਜਿਹੜਾ ਹੈ ਉਹਨਾਂ ਦੇ ਗੁਣ, ਉਹਨਾਂ ਦੀ ਸੋਭਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸੀ ਹੈ। ਭਵਿੱਖਤ ਵਾਕ ਵੀ ਸਤਿਗੁਰਾਂ ਜੀ ਨੇ ਇਸ ਪੌੜੀ ਦੇ ਅੰਦਰ ਕਹੇ ਆ, ਨਿਧਿਆਸਣ ਵੀ ਸਤਿਗੁਰਾਂ ਜੀ ਨੇ ਇਸ ਪੌੜੀ ਦੇ ਅੰਦਰ ਕਿਹਾ ਹੈ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੀ ਹੈ ਉੱਤਮ, ਮੱਧਮ ਤੇ ਕਨਿਸ਼ਟ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣਗੇ। ਉਹ ਅੱਗੇ ਕੱਲ ਨੂੰ ਜਿਹੜੀ ਹੈ ਪੌੜੀ 17ਵੀਂ ਆਰੰਭ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰਨ, ਸਰਵਣ ਕਰਾਂਗੇ। ਤੇ ਕੱਲ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਜਾਣ ਕਰਕੇ ਤੁਹਾਡੇ ਸਮੇਂ ਦੇ ਮੁਤਾਬਕ ਫਿਰ ਕੱਲ ਨੂੰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਤੇ ਵੀ ਆਪਾਂ ਕਥਾ ਜਿਹੜੀ ਆ ਉਹ ਸੰਖੇਪ ਰੂਪ ਵਿੱਚ ਕਰਾਂਗੇ। ਤੇ ਇੱਥੇ ਅੱਜ ਸਮਾਪਤੀ ਹੈ। ਥੋੜਾ ਜਿਹਾ ਸਮਾਂ 3-4 ਮਿੰਟ ਜ਼ਿਆਦਾ ਹੋ ਗਿਆ, ਮਾਫੀ ਬਖਸ਼ਣੀ। ਸਤਿਗੁਰੂ ਜੀ ਰਹਿਮਤ ਕਰਨ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।